ਹੈਲੋ ਐਂਡ ਵੈਲਕਮ ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਤੁਹਾਡੇ ਆਪਣੇ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ। ਤੇ ਅੱਜ ਆਪਾਂ ਖਾਸ ਤੌਰ ਤੇ ਆਸਟ੍ਰੇਲੀਆ ਬਾਰੇ ਡਿਟੇਲ ਵਿੱਚ ਡਿਸਕਸ਼ਨ ਕਰਨੀ ਹੈ, ਗੱਲਬਾਤ ਕਰਨੀ ਹੈ, ਕਿਉਂਕਿ ਸਾਡੇ ਕੋਲ ਢੇਰ ਸਾਰੇ ਸਵਾਲ ਸਟੂਡੈਂਟਸ ਦੀ ਆਸਟ੍ਰੇਲੀਆ ਨੂੰ ਲੈ ਕੇ ਨੇ, ਜੀਟੀ ਨੂੰ ਲੈ ਕੇ ਨੇ, ਔਰ ਖਾਸ ਤੌਰ ਤੇ ਜਿਹੜੇ ਫੇਕ ਡਾਕੂਮੈਂਟਸ ਕਰਕੇ ਆਸਟ੍ਰੇਲੀਆ ਸਟ੍ਰਿਕਟ ਹੁੰਦਾ ਜਾ ਰਿਹਾ ਉਸ ਦੇ ਉੱਪਰ ਵੀ ਚਰਚਾ ਆਪਾਂ ਕਰਨੀ ਹੈ ਤਾਂ ਕਿ ਸਟੂਡੈਂਟਸ ਅੱਗੋਂ ਹੋਰ ਗਲਤੀਆਂ ਨਾ ਕਰਨ। ਤੇ ਇੱਕ ਖਾਸ ਗੱਲ ਤੁਹਾਡੇ ਨਾਲ ਡਿਸਕਸ ਕਰਾਂਗੇ ਕਿ ਆਸਟ੍ਰੇਲੀਆ ਐਡਮਿਸ਼ਨ ਵੀਕ ਜੋ ਕਿ 23 ਅਪ੍ਰੈਲ ਤੋਂ 30 ਅਪ੍ਰੈਲ ਤੱਕ ESS ਗਲੋਬਲ ਟੀਮ ਵੱਲੋਂ ਆਰਗੇਨਾਈਜ਼ ਕੀਤਾ ਗਿਆ है। तो सब तो पहला स्वागत कर लेने जी साडे नाल स्टूडियो विच मौजूद ने ESS ग्लोबल इमीग्रेशन तो वीज़ा एक्सपर्ट मिस्टर रोहित सेठी जी। बहुत बहुत स्वागत है सर। सत श्री अकाल। थैंक यू जी, थैंक यू। एंड साडे नाल जुड़े सारे दर्शकों का मेरे वालों ते ESS की पूरी टीम वालों प्यार भरिया सत श्री अकाल जी। सर ਜਿਹੜਾ ਤੁਹਾਡੇ ਵੱਲੋਂ ਤੁਹਾਡੀ ਪੂਰੀ ਕੰਪਨੀ ਵੱਲੋਂ ਆਸਟ੍ਰੇਲੀਆ ਐਡਮਿਸ਼ਨ ਵੀਕ ਆਰਗੇਨਾਈਜ਼ ਕੀਤਾ ਗਿਆ ਉਸ ਬਾਰੇ ਵੀ ਡਿਟੇਲ 'ਚ ਗੱਲ ਕਰਾਂਗੇ, ਪਰ ਸਭ ਤੋਂ ਪਹਿਲਾਂ ਆਸਟ੍ਰੇਲੀਆ ਬਾਰੇ ਅਗਰ ਗੱਲ ਕਰਨ ਜਾ ਰਹੇ ਹਾਂ ਤਾਂ ਹੁਣ ਜਿਹੜੇ ਸਟੂਡੈਂਟ ਅਪਲਾਈ ਕਰਨ ਜਾ ਰਹੇ ਨੇ ਤੇ ਉਹਨਾਂ ਨੂੰ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ, ਇਸੇ ਗੱਲ ਤੋਂ ਸ਼ੁਰੂਆਤ ਕਰਨਾ ਚਾਹੂੰਗੀ। देखो सब तो पहला तो ਆਸਟ੍ਰੇਲੀਆ ਦੇ ਵਿੱਚ ਨਾ ਇੱਕ ਬੜਾ ਫੇਮਸ ਜੀ ਲਾਈਨ ਆਉਂਦੀ ਹੈ ਜਿਹੜੇ ਯੂਨੀਵਰਸਿਟੀ ਵਾਲੇ ਵੀ ਬੋਲਦੇ ਆ, ਮੈਂ ਉਹਨੂੰ ਪੰਜਾਬੀ ਚ ਟ੍ਰਾਂਸਲੇਟ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਹਾਊ ਆਈ ਡੂ ਜਸਟਿਸ ਟੂ ਦੈਟ ਲਾਈਨ। ਉਹ ਕਹਿੰਦੇ ਆ ਆਸਟ੍ਰੇਲੀਆ ਦੀ ਫਾਈਲ ਕੋਈ ਨਾ ਅਲੜ ਹੱਥਾਂ ਵਾਲੇ ਲੋਕੀ ਨਹੀਂ ਕਰ ਸਕਦੇ, ਓਕੇ, ਕਿਉਂਕਿ ਇਹ ਨਾ ਕੈਨੇਡਾ ਵਰਗਾ ਸਿੰਪਲ ਹੈ ਨਾ UK ਵਰਗਾ ਸਿੰਪਲ ਹੈ, ਕਿਉਂਕਿ ਕੈਨੇਡਾ ਵਿੱਚ GIC LA ਆਏ ਤਾਂ ਫਾਈਲ ਲਾਓ, ਬਾਕੀ ਪਾਵਰ ਆਫ ਅਰਦਾਸ ਹੈ। ਜੇ ਫਾਈਲ ਵੀਜ਼ਾ ਅਫਸਰ ਨੂੰ ਸਮਝ ਆ ਗਈ ਤਾਂ ਵੀਜ਼ਾ, ਨਹੀਂ ਤਾਂ ਰਿਫਿਊਜ਼ਲ ਹੈ, ਦੁਬਾਰਾ ਰੀਲੌਂਚ ਕਰੋ। ਜੀ ਜੀ UK ਦੇ ਵਿੱਚ ਸੇਮ ਕਨਸੈਪਟ ਹੈ। ਦ ਓਨਲੀ ਡਿਫਰੈਂਸ ਇਜ਼ ਤੁਸੀਂ ਦੁਬਾਰਾ ਉਹਨੂੰ ਰੀਲੌਂਚ ਨਹੀਂ ਕਰ ਸਕਦੇ ਕਿਉਂਕਿ UK 'ਚ ਕੈਸ਼ ਇੱਕ ਵਾਰ ਆਇਆ ਤੇ ਦੂਜੀ ਵਾਰ ਮਿਲਦਾ ਨਹੀਂ ਹੈਗਾ। ਬਟ ਆਸਟ੍ਰੇਲੀਆ ਇਜ਼ ਟੋਟਲ ਟੈਕਨੀਕਲ। ਆਸਟ੍ਰੇਲੀਆ ਦੇ ਵਿੱਚ ਕਾਗਜ਼ ਦੀ ਖੇਡ ਤੋਂ ਇਲਾਵਾ ਤੁਹਾਡੇ ਕੇਸ ਕਿਵੇਂ ਬਣਾਇਆ ਜਾ ਰਿਹਾ ਹੈ ਤੇ ਕਿਵੇਂ ਉਹਨੂੰ ਪ੍ਰੈਜ਼ੈਂਟ ਕੀਤਾ ਜਾ ਰਿਹਾ ਹੈ, ਇਹ ਬਹੁਤ ਮਾਇਨੇ ਰੱਖਦਾ ਹੈ। ਤੇ ਜਿਹੜਾ ਵੀ ਸਟੂਡੈਂਟ ਆਸਟ੍ਰੇਲੀਆ ਨੂੰ ਕੈਨੇਡਾ ਵਾਂਗੂ ਸਮਝਦਾ ਵੀ 4 ਕਾਗਜ਼ ਦੇ ਦਿੱਤੇ ਤੇ ਮੈਂ ਆਸਟ੍ਰੇਲੀਆ ਦੀ ਫਾਈਲ ਲਾਤੀ, ਉਹ ਕਿਤੇ ਨਾ ਕਿਤੇ ਆਪਣੇ ਮਨ 'ਚ ਇੱਕ ਚੀਜ਼ ਧਾਰ ਲੈਣ ਵੀ ਉਹ ਫਾਈਲ ਜਾਂ ਤਾਂ GT ਰਿਜੈਕਟ ਹੋਏਗੀ ਜਾਂ ਵੀਜ਼ਾ ਰਿਜੈਕਟ ਹੋਏਗਾ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੇ ਸਵਾਲ ਅੱਗੇ ਪਿੱਛੇ ਹੁੰਦੇ ਨੇ ਯੂਨੀਵਰਸਿਟੀ ਵਾਲਿਆਂ ਦੇ ਜਿਹੜੇ ਤੁਸੀਂ ਕਾਗਜ਼ ਜਮ੍ਹਾਂ ਕਰਾਉਂਦੇ ਹੋ GT ਵਾਸਤੇ। ਹੁਣ ਉਹਦੇ ਵਿੱਚ GT ਇੱਕ ਪ੍ਰੋਸੈਸ ਹੈ, ਨਾ ਕਿ ਇੱਕ ਸਟੇਜ ਹੈ। ਪ੍ਰੋਸੈਸ ਤੋਂ ਮੇਰਾ ਮਤਲਬ ਹੈਗਾ ਜਦ ਤੁਹਾਡੇ ਕਾਗਜ਼ ਜਾਂਦੇ ਨੇ ਯੂਨੀਵਰਸਿਟੀ ਵਾਲੇ ਪਾਸੇ, ਯੂਨੀਵਰਸਿਟੀ ਉਸ 'ਚੋਂ ਸਵਾਲ ਕੱਢਦੀ ਹੈ, ਤੁਹਾਨੂੰ ਪੁੱਛਦੀ ਹੈ ਜਿਸ ਤੁਹਾਡੇ ਫੰਡਾਂ ਦੇ ਸਬੂਤ, ਤੁਹਾਡੀ ਆਮਦਨ ਦੇ ਪ੍ਰੂਫ, ਤੁਹਾਡੇ ਫੈਮਿਲੀ ਦੇ ਬਾਰੇ ਬੈਕਗਰਾਊਂਡ ਔਰ ਤੁਹਾਡੇ SOP ਦੇ ਵਿੱਚ ਚੇਂਜਸ ਜਿਹੜੇ ਯੂਨੀਵਰਸਿਟੀ ਚਾਹੁੰਦੀ ਹੈ ਵੀ ਇਹ ਕਰਕੇ ਦਿਓ, ਫਿਰ ਅਸੀਂ ਉਹਨੂੰ ਕੇਸ ਨੂੰ ਹੋਲਿਸਟਿਕਲੀ ਦੇਖਾਂਗੇ। ਤਾਂ GT ਜਿਹੜਾ ਪ੍ਰੋਸੈਸ ਹੈ 3 ਤੋਂ 4 ਹਫ਼ਤਿਆਂ ਦਾ ਸਭ ਤੋਂ ਕ੍ਰੂਸ਼ਲ ਰਹਿ ਜਾਂਦਾ ਆਸਟ੍ਰੇਲੀਆ ਦੇ ਵਿੱਚ। ਪਰ 90% ਆਫ ਸਟੂਡੈਂਟਸ ਕੀ ਕਰਦੇ ਨੇ, ਆਫਰ ਲੈਟਰ ਮੰਗਾ ਕੇ ਖੁਸ਼ ਹੋ ਜਾਂਦੇ ਨੇ, ਆਫਰ ਲੈਟਰ ਆ ਗਿਆ ਹੁਣ ਅਗਲੀ ਸਟੇਜ ਦੇਖਾਂਗੇ ਕੀ ਕਰਨਾ ਹੈ। ਵੈਰਸ ਆਸਟ੍ਰੇਲੀਆ ਦੇ ਵਿੱਚ ਤੁਹਾਡਾ ਕੇਸ ਸ਼ੁਰੂ ਹੀ ਆਫਰ ਲੈਟਰ ਆਉਣ ਤੋਂ ਬਾਅਦ ਹੁੰਦਾ ਹੈ, ਜਦ GT ਵਾਸਤੇ ਤੁਸੀਂ ਜਦੋਜਹਿਦ ਕਰਨੀ ਸ਼ੁਰੂ ਕਰਦੇ ਹੋ ਯੂਨੀਵਰਸਿਟੀ ਦੇ ਨਾਲ। ਤਾਂ ਟੋਟਲ ਜਿਹੜਾ ਪ੍ਰੈਕਟੀਕਲ ਕਨਸੈਪਟ ਹੈ ਦੈਟ ਇਜ਼ GT ਇਨ ਆਸਟ੍ਰੇਲੀਆ, ਜਿਹਦੇ ਕਰਕੇ ਤੁਹਾਨੂੰ ਇੱਕ ਸਪੈਸ਼ਲਾਈਜ਼ਡ ਏਜੰਟ ਚਾਹੀਦਾ ਹੈਗਾ ਜਿਹਦੇ ਕੋਲ ਆਸਟ੍ਰੇਲੀਆ ਦਾ ਐਕਸਪੀਰੀਅੰਸ ਹੋਵੇ ਅੱਛਾ ਖਾਸਾ ਐਂਡ ਸਮਝ ਹੋਵੇ ਉੱਥੋਂ ਦੀ ਯੂਨੀਵਰਸਿਟੀਜ਼ ਦੇ ਐਡਮਿਸ਼ਨ ਐਂਡ GT ਪ੍ਰੋਸੈਸ ਦੀ। ਜੀ ਬਿਲਕੁਲ ਸਹੀ ਕਿਹਾ। ਸ਼ਾਇਦ ਇਹੀ ਰੀਜ਼ਨ ਹੈ ਜਿਵੇਂ ਕਿ ਤੁਸੀਂ ਕਿਹਾ ਕਿ ਆਸਟ੍ਰੇਲੀਆ ਲਈ ਅਪਲਾਈ ਕਰਨਾ ਬਾਕੀ ਕੰਟਰੀਜ਼ ਵਾਂਗ ਈਜ਼ੀ ਨਹੀਂ ਹੈ। ਸੋ ਇਹੀ ਰੀਜ਼ਨ ਹੈ ਸ਼ਾਇਦ ਕਿ ਜੋ ਆਪਾਂ ਅੱਜ ਕੱਲ੍ਹ ਦੇ ਟਾਈਮ ਵਿੱਚ ਦੇਖ ਰਹੇ ਹਾਂ ਕਿ ਆਸਟ੍ਰੇਲੀਆ ਚਾਹੇ ਫਾਈਲ ਜ਼ਿਆਦਾ ਲੱਗ ਰਹੀਆਂ ਲੇਕਿਨ ਰਿਫਿਊਜ਼ਲ ਰੇਟ ਵੀ ਵਧਣਾ ਸ਼ੁਰੂ ਹੋ ਚੁੱਕਿਆ ਹੈ। ਸ਼ਾਇਦ ਜੋ ਟੈਕਨੀਕਲ ਚੀਜ਼ਾਂ ਨੂੰ ਨਹੀਂ ਇੰਨਾ ਸਮਝਿਆ ਜਾਂਦਾ, ਇਸੇ ਕਰਕੇ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਹੈ। ਇਸੇ ਲਈ ਅਸੀਂ ਤੁਹਾਨੂੰ ਹਮੇਸ਼ਾ ਕਹਿੰਦੇ ਹਾਂ ਕਿ ਜਿਸ ਵੀ ਕੰਟਰੀ ਲਈ ਜਦੋਂ ਤੁਸੀਂ ਆਪਣੀ ਫਾਈਲ ਪ੍ਰੋਸੈਸ ਕਰਨ ਲੱਗੇ ਹੋ ਤਾਂ ਜ਼ਰੂਰ ਦੇਖੋ ਕਿ ਉਸ ਕੰਟਰੀ ਲਈ ਸਪੈਸ਼ਲ ਕੌਣ ਕੰਮ ਕਰ ਰਿਹਾ, ਕਿਹੜਾ ਕੰਸਲਟੈਂਟ ਜੋ ਹੈ ਜੈਨੂਇਨ ਕੰਮ ਕਰਦੇ ਹੋਏ ਤੁਹਾਡਾ ਸਟੱਡੀ ਵੀਜ਼ਾ ਲਗਵਾ ਸਕਦੇ ਆ। ਬਿਲਕੁਲ ਇੱਕ ਚੀਜ਼ ਜੋ ਆਪਾਂ ਹਰਿਆਣਾ ਦੇ ਵਿੱਚ ਬਹੁਤ ਜ਼ਿਆਦਾ ਦੇਖੀ ਜਾ ਰਹੀ ਹੈ, ਜਾਂ ਆਪਾਂ ਓਵਰਆਲ ਗੱਲ ਕਰੀਏ ਕਿ ਆਸਟ੍ਰੇਲੀਆ ਫੇਕ ਡਾਕੂਮੈਂਟਸ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਸਟ੍ਰਿਕਟ ਹੋ ਗਿਆ ਕਿ ਅਗਰ ਫੇਕ ਡਾਕੂਮੈਂਟਸ ਨੇ ਤਾਂ ਉਹਨੂੰ ਬੈਨ ਕਰਨ ਤੱਕ ਦੀ ਵੀ ਗੱਲ ਕੀਤੀ ਜਾ ਰਹੀ ਹੈ। ਤਾਂ ਕਿਉਂ ਸਟੂਡੈਂਟਸ ਜਾਂ ਏਜੰਟਸ ਇਹੋ ਜਿਹੀਆਂ ਗਲਤੀਆਂ ਬਾਰ-ਬਾਰ ਕਰਦੇ ਨੇ ਜਿਸ ਦੇ ਨਾਲ ਅੱਗੋਂ ਹੋਰ ਸਟੂਡੈਂਟਸ ਲਈ ਵੀ ਮੁਸ਼ਕਿਲ ਹੋ ਜਾਂਦੀ ਹੈ। ਦੇਖੋ ਆਇਰਨੀ ਹੈ ਆਪਣੇ ਪੰਜਾਬ ਜਾਂ ਨਾਰਥ ਇੰਡੀਆ ਮਾਰਕੀਟ ਦੀ, ਇੱਥੇ ਜਦ ਇੱਕ ਸਟੂਡੈਂਟ ਬਾਹਰ ਜਾਣ ਦੀ ਸੋਚਦਾ ਹੈ ਉਹਨੂੰ ਦਿਮਾਗ 'ਚ ਇਹ ਆਉਂਦਾ ਸਾਰੇ ਦਾ ਸਾਰੇ ਜ਼ਿੰਮੇਵਾਰੀ ਕਿਸੇ ਤੀਜੇ ਬੰਦੇ ਦੀ ਹੈ ਜਿਹਨੂੰ ਆਪਾਂ ਕੰਸਲਟੈਂਟ ਕਹਿੰਦੇ। ਬਿਲਕੁਲ ਬਿਲਕੁਲ ਉਹ ਆਪੇ ਕਰਾਊਗਾ। ਬੱਚਾ ਨਾ ਹੀ ਤਾਂ ਪਾਰਟਿਸਿਪੇਟ ਕਰਦਾ ਆਪਣੀ ਫਾਈਲ ਦੇ ਵਿੱਚ, ਨਾ ਹੀ SOP ਦੇ ਵਿੱਚ ਪਾਰਟਿਸਿਪੇਟ ਕਰਦਾ ਤੇ ਨਾ ਹੀ ਉਹ ਫਾਈਲ ਦੀ ਟੈਕਨੀਕਲਿਟੀ ਦੇਖਦਾ। ਇੱਥੋਂ ਤੱਕ ਕਿ ਲੋਕੀ ਵੀਜ਼ਾ ਫਾਰਮ ਤੱਕ ਨਹੀਂ ਪੜ੍ਹਦੇ। ਸਭ ਤੋਂ ਵੱਡੀ ਮਿਸਟੇਕ ਅਕਲ ਉਦੋਂ ਆਉਂਦੀ ਹੈ ਜਦ ਕੈਨੇਡਾ ਵਰਗੇ ਦੇਸ਼ ਦੇ ਵਿੱਚ ਵੀਜ਼ਾ ਫਾਈਲ ਰਿਫਿਊਜ਼ ਹੁੰਦੀ ਹੈ, ਬੱਚਾ ਕੇਪਸ ਕਢਾਉਂਦਾ ਤੇ ਫਿਰ ਮੱਥੇ ਤੇ ਹੱਥ ਮਾਰਦਾ ਉਹ ਤੇਰੀ ਆਹ ਕੀ ਲਿਖਿਆ ਹੋਇਆ ਤੇ ਫਿਰ ਲੜਨ ਜਾਂਦਾ ਏਜੰਟ ਨਾਲ। ਤੇ ਉਹ ਜੇ ਤੁਸੀਂ ਇੱਕ ਛੋਟਾ ਜਿਹਾ ਫਾਰਮੂਲਾ ਆਪਣੇ ਦਿਮਾਗ ਚ ਲਾ ਲਓ ਕੋਲੈਬੋਰੇਟਿਵ ਰਿਵਿਊ ਦਾ, ਦੈਟ ਮੀਨ ਮੇਰੀ ਫਾਈਲ ਹੈ ਨਾ, ਮੈਂ ਜ਼ਿੰਮੇਦਾਰ ਹਾਂ ਆਪਣੀ ਫਾਈਲ ਦੇ ਕਿਹੜੇ ਡਿਟੇਲਾਂ ਦਿੱਤੀ ਜਾ ਰਹੀਆਂ ਐਮਬੈਸੀ ਨੂੰ, ਕਿਉਂਕਿ ਵੀਜ਼ਾ ਨਹੀਂ ਲੱਗਿਆ ਜਾਂ ਵੀਜ਼ਾ ਲੱਗ ਗਿਆ, ਦੋਨਾਂ ਹੀ ਸੂਰਤਾਂ ਦੇ ਵਿੱਚ ਇਹ ਤੁਹਾਡਾ ਰਿਕਾਰਡ ਬਣ ਗਿਆ ਐਮਬੈਸੀ ਕੋਲ। ਤੁਹਾਡਾ ਵੀਜ਼ਾ ਲੱਗ ਗਿਆ, ਕੋਈ ਇਨਫੋਰਮੇਸ਼ਨ ਗਲਤ ਗਈ ਹੋਈ
ਮੈਰਿਡ ਦਾ ਸਿੰਗਲ ਕਰਤਾ ਮੰਨ ਲਓ, ਤੇ ਕੱਲ ਤੁਹਾਡਾ ਜਿਹੜਾ ਲਾਈਫ ਪਾਰਟਨਰ ਹੈ ਉੱਥੇ ਆ ਨਹੀਂ ਸਕਦਾ, ਕਿਉਂਕਿ ਉਹਨਾਂ ਨੇ ਕਿਹਾ ਜਦ ਤੁਸੀਂ ਡਿਕਲੇਅਰ ਕੀਤਾ ਤੁਸੀਂ ਸਿੰਗਲ ਕੀਤਾ। ਬਿਲਕੁਲ ਇਹ ਜੋ ਬਹੁਤ ਸਾਰੇ ਲੂਪ ਹੋਲ ਨੇ ਜਿਹੜੇ ਕਿ ਜਨਮ ਦਿੰਦੇ ਨੇ ਫੇਕ ਕਾਗਜ਼ਾਂ ਨੂੰ। ਹੁਣ ਜਿਵੇਂ ਸਾਰਾ ਦਾ ਸਾਰਾ ਚੀਜ਼ ਹੀ ਏਜੰਟ ਦੇ ਹੱਥ ਸਿੱਟ ਦੇਣੀ ਹੈ, ਉਹਨੇ ਸੌਖੀ ਚੀਜ਼ ਲੱਭਣੀ ਹੈ ਵੀ ਮੈਂ ਕਰ ਦੂੰਗਾ, ਜਿਹੜਾ ਕਾਗਜ਼ ਛਾਪ ਕੇ ਕਰਨਾ ਹੋਊਗਾ ਛਾਪ ਦੂਗਾ, ਕਿਉਂਕਿ ਉਹਦੇ ਲਈ ਸਿਰਫ ਇੱਕ ਕੇਸ ਹੈ। ਅੰਡਰਸਟੈਂਡ ਕਰੋ, ਤੁਹਾਡੇ ਲਈ ਤੁਹਾਡਾ ਕੇਸ ਜਿਹੜਾ ਹੈ ਉਹ ਜ਼ਿੰਦਗੀ ਮੋੜਨ ਦਾ ਇੱਕ ਐਕਸਪੈਰੀਮੈਂਟ ਜਾਂ ਇੱਕ ਡਿਸੀਜਨ ਹੈ। ਜੀ ਜੀ ਜੀ, ਤੁਸੀਂ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੇ ਹੋ ਤੇ ਅਗਲੇ ਵਾਸਤੇ ਸਿਰਫ ਇੱਕ ਕੇਸ ਹੈ 4 ਪੈਸੇ ਕਮਾਉਣ ਦਾ। ਮੈਂ ਐਗਜ਼ਾਮਪਲ ਇੱਥੇ ਸੱਚਾਈ ਕੋਟ ਕਰਦਾ। ਕੱਲ ਜਾਂ ਪਰਸੋਂ ਦੇ ਇੱਕ ਪਾਏ ਨਿਊਜ਼ ਕਰਕੇ ਇੰਟਰਨੈਸ਼ਨਲ ਪਲੇਟਫਾਰਮ ਹੈ ਇੰਟਰਨੈਸ਼ਨਲ ਐਜੂਕੇਸ਼ਨ ਦਾ ਜੀ, ਉੱਤੇ ਇੱਕ ਨਿਊਜ਼ ਸਰਕੂਲੇਟ ਹੁੰਦੀ ਹੈ ਜੋ ਪਿਛਲੇ ਹਫਤੇ ਹੋਈ ਆਪਣੇ ਇੰਡਸਟਰੀ ਦੇ ਵਿੱਚ। US ਕੌਂਸੂਲੇਟ ਨੇ ਹੈਦਰਾਬਾਦ ਦੇ 4 ਜਾਂ 5 ਕੰਸਲਟੈਂਟ ਦੇ ਅਗੇਂਸਟ FIR ਦਰਜ ਕੀਤੀਆਂ, ਜਿਨ੍ਹਾਂ ਨੇ ਐਕਸਪੀਰੀਅੰਸ ਮੈਨੇਜ ਕੀਤੇ ਸੀ ਬੱਚਿਆਂ ਨਾਲ। ਬੱਚਿਆਂ ਤੇ ਵੀ FIR ਦਰਜ ਹੋਈਆਂ, ਜਿੱਥੋਂ ਐਕਸਪੀਰੀਅੰਸ ਮੈਨੇਜ ਹੋਏ ਉਹ ਕਾਰੋਬਾਰਾਂ ਤੇ ਵੀ FIR ਦਰਜ ਹੋਈ। ਇਹਨੂੰ ਦੇਖਦੇ ਹੋਏ ਆਸਟ੍ਰੇਲੀਆ ਦੇ ਵਿੱਚ ਇੱਕ ਡਿਸੀਜਨ ਲਿੱਤਾ ਗਿਆ। ਤੁਸੀਂ ਗੱਲ ਕੀਤੀ ਨਾ ਡਿਸੀਜਨ ਨੈਗੇਟਿਵ ਆਉਂਦੇ ਪਏ ਆ, ਡਿਸੀਜਨ ਲੇਟ ਵੀ ਆਉਂਦੇ ਪਏ ਆ। ਇਸ ਟਾਈਮ ਹਾਈ ਕਮਿਸ਼ਨ ਤਕਰੀਬਨ 10 ਹਫ਼ਤੇ ਲੈਂਦੀ ਪਈ ਹੈ ਇੱਕ ਵੀਜ਼ਾ ਫਾਈਲ ਨੂੰ ਡਿਸੀਜਨ ਦੇਣ ਵਾਸਤੇ। ਕਿਉਂ? ਕਿਉਂਕਿ ਡਾਕੂਮੈਂਟੇਸ਼ਨ ਵੈਰੀਫਿਕੇਸ਼ਨ 'ਚ ਲੱਗੇ ਹੋਏ ਨੇ। ਤੁਹਾਡਾ ਇੱਕ ਕਾਗਜ਼ ਜਿਹੜਾ ਤੁਸੀਂ ਐਮਬੈਸੀ ਦਿੱਤਾ ਹੈ ਜੀ, ਉਹਦੀ ਵੈਰੀਫਿਕੇਸ਼ਨ ਹੋ ਰਿਹਾ, ਚਾਹੇ ਉਹ ਐਜੂਕੇਸ਼ਨ ਹੈ, ਚਾਹੇ ਵਰਕ ਐਕਸਪੀਰੀਅੰਸ ਹੈ, ਚਾਹੇ ਉਹ ਤੁਹਾਡੇ ਫਾਈਨੈਂਸ਼ੀਅਲਸ ਨੇ, ਕੋਈ ਵੀ ਕਾਗਜ਼। ਹਾਈ ਕਮਿਸ਼ਨ ਸੋਚਦੀ ਪਈ ਹੈ, ਏਰੀ ਕਰਕੇ ਇੱਕ ਬਾਡੀ ਹੈ ਜੋ ਹਾਈ ਕਮਿਸ਼ਨ ਦੇ ਨਾਲ ਬਹੁਤ ਕਲੋਜ਼ਲੀ ਕੰਮ ਕਰਦੀ ਹੈ। ਉਹਨਾਂ ਨੇ ਆਲਰੇਡੀ ਰეკਮੈਂਡਡ ਕਰ ਦਿੱਤਾ ਜੇ ਇਹੋ ਜਿਹੀ ਕੋਈ ਚੀਜ਼ਾਂ ਤੁਹਾਨੂੰ ਮਿਲਦੀਆਂ ਹੈ ਫੀਲ ਫਰੀ ਤੁਸੀਂ ਉਹਨੂੰ ਐਕਸ਼ਨ ਲੈਣ ਵਾਸਤੇ ਲੀਗਲ ਉੱਤੇ। ਜੀ, ਉਹ ਦਿਨ ਜੇ ਇਹ ਐਕਚੁਅਲ ਹੋ ਗਿਆ ਨਾ ਤੇ ਉਹ ਦਿਨ ਦੂਰ ਨਹੀਂ ਜਦ ਪੰਜਾਬ ਦੇ ਆਲਮੋਸਟ 70% ਏਜੰਟ ਜਿਹੜਾ ਆਸਟ੍ਰੇਲੀਆ ਦਾ ਕੰਮ ਕਰਦੇ ਆ ਪੁੱਠੇ ਸਿੱਧੇ ਤਰੀਕੇ ਨਾਲ, ਉਹ ਕਾਰੋਬਾਰ ਬੰਦ ਕਰ ਦੇਣਗੇ ਐਟਲੀਸਟ ਆਸਟ੍ਰੇਲੀਆ ਦਾ। ਪਰ ਜ਼ਿੰਮੇਵਾਰੀ ਬੱਚੇ ਦੀ ਹੈ। ਬੈਨ ਲੈਣ ਤੋਂ ਪਹਿਲਾਂ, ਗਲਤ ਇਨਫੋਰਮੇਸ਼ਨ ਦੇਣ ਤੋਂ ਪਹਿਲਾਂ ਤੁਸੀਂ ਅੱਧਾ ਘੰਟਾ ਆਪਣੇ ਕੰਸਲਟੈਂਟ ਨਾਲ ਲਾ ਲਓ ਕੋਲੈਬੋਰੇਟਿਵ ਰਿਵਿਊ ਦਾ। 10 ਭਰਾ ਮੇਰੀ ਲੌਜਮੈਂਟ ਤੋਂ ਪਹਿਲਾਂ ਕੀ ਮੇਰੇ ਵੀਜ਼ਾ ਫਾਰਮ 'ਚ ਭਰਿਆ ਜਾਂ ਕੀ ਡਾਕੂਮੈਂਟੇਸ਼ਨ ਜਾਂਦੇ ਪਏ ਆ, ਕੀ SOP 'ਚ ਲਿਖਿਆ ਜੀ ਜੀ, ਉਹ ਅੱਗੇ ਆਣ। ਹਾਵੈਵਰ ਬੱਚਾ ਪਤਾ ਕੀ ਕਰਦਾ, ਉਹ SOP 'ਚ ਨੁਕਸ ਬਾਅਦ 'ਚ ਕੱਢਦਾ। ਮੈਂ ਤਾਂ 12ਵੀਂ 2018 'ਚ ਕੀਤੀ ਸੀ, ਇੱਥੇ 2019 ਲਿਖਿਆ ਹੋਇਆ। ਤੁਸੀਂ ਜੇ ਪਹਿਲਾਂ ਹੀ ਇੱਕ ਸਟੈਪ ਲੈ ਕੇ ਫਾਈਲ ਲੱਗਣ ਤੋਂ ਪਹਿਲਾਂ ਆਪ ਜ਼ਿੰਮੇਵਾਰੀ ਲਓ ਤੇ ਤੁਹਾਡੀ ਫਾਈਲ ਆ ਉਹ ਡਬਲ ਚੈੱਕ ਕਰਨ ਦੀ। ਜਦ ਐਗਜ਼ਾਮ 'ਚ ਆਪਾਂ ਪੇਪਰ ਦਿੰਦੇ ਆ ਨਾ, ਰਿਵੀਜ਼ਨ ਵੀ ਅਸੀਂ ਆਪ ਹੀ ਕਰਦੇ ਹਾਂ, ਕਿਸੇ ਟੀਚਰ ਨੂੰ ਨਹੀਂ ਕਹਿੰਦੇ ਵੀ ਰਿਵਾਈਜ਼ ਕਰ ਲਓ ਤਾਂ ਫਿਰ ਜਮਾ ਕਰ ਲਓ ਪੇਪਰ। ਤੁਹਾਡੀ ਜ਼ਿੰਦਗੀ ਹੈ ਆਪਣੇ ਹੱਥਾਂ 'ਚ ਲੈਣੀ ਪਏਗੀ, ਤਾਂ ਹੀ ਇਹ ਫੇਕ ਡਾਕੂਮੈਂਟ ਵਾਲਾ ਸਿਲਸਿਲਾ ਬੰਦ ਹੋਏਗਾ। ਜੀ ਬਿਲਕੁਲ। ਤੇ ਬਾਕੀ ਹੋਰ ਵੀ ਕਈ ਸਵਾਲ ਨੇ ਆਸਟ੍ਰੇਲੀਆ ਦੇ ਨਾਲ ਰਿਗਾਰਡਿੰਗ, ਤੇ ਦਰਸ਼ਕਾਂ ਨੂੰ ਵੀ ਕਹਿਣਾ ਚਾਹਾਂਗੇ ਤੁਹਾਡੇ ਮਨ ਵਿੱਚ ਕੋਈ ਸਵਾਲ ਕੋਈ ਕੁਐਰੀ ਹੈ ਆਸਟ੍ਰੇਲੀਆ ਦੇ ਰਿਗਾਰਡਿੰਗ ਤਾਂ ਤੁਸੀਂ ਜ਼ਰੂਰ, ਸਕਰੀਨ ਤੇ ਵੀ ਲਗਾਤਾਰ ਨੰਬਰ ਡਿਸਪਲੇ ਹੋ ਰਿਹਾ, ਤੁਸੀਂ ਸ਼ੋਅ ਦੇ ਦੌਰਾਨ ਜਾਂ ਸ਼ੋਅ ਦੇ ਬਾਅਦ ਇਸ ਨੰਬਰ ਤੇ ਕਾਲ ਕਰਕੇ ESS ਗਲੋਬਲ ਦੀ ਟੀਮ ਦੇ ਨਾਲ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ। ਸਰ, ਗੱਲ ਕਰਦੇ ਹਾਂ ਜੋ ਤੁਹਾਡੇ ESS ਗਲੋਬਲ ਵੱਲੋਂ ਆਸਟ੍ਰੇਲੀਆ ਐਡਮਿਸ਼ਨ ਵੀਕ ਆਰਗੇਨਾਈਜ਼ ਕੀਤਾ ਗਿਆ ਹੈ 23 ਅਪ੍ਰੈਲ ਤੋਂ 30 ਅਪ੍ਰੈਲ, ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਹੈ। ਡਿਟੇਲ ਜੋ ਹੈ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ, ਸਕਰੋਲ ਦੇ ਵਿੱਚ ਵੀ ਡਿਟੇਲ ਸਾਰੀ ਦੇਖ ਸਕਦੇ ਹੋ, ਕਿਹੜੇ-ਕਿਹੜੇ ਸ਼ਹਿਰ ਕਿਹੜੇ ਦਿਨ ਹੈ ਤੁਹਾਨੂੰ ਦੱਸਦੇ ਵੀ ਹੈ। ਪਰ ਮੈਂ ਇੱਥੇ ਜਾਣਨਾ ਚਾਹੂੰਗੀ ਕਿ ਇਸ ਐਡਮਿਸ਼ਨ ਵੀਕ ਦੇ ਵਿੱਚ ਆਸਟ੍ਰੇਲੀਆ ਦੇ ਉੱਪਰ ਫੋਕਸ ਕਰਕੇ ਕੀਤਾ ਗਿਆ, ਕੀ ਖਾਸ ਰਹਿਣ ਵਾਲਾ ਹੈ, ਕਿਹੜੇ-ਕਿਹੜੇ ਸਟੂਡੈਂਟਸ ਇੱਥੇ ਆ ਕੇ ਫਾਇਦਾ ਲੈ ਸਕਦੇ ਨੇ? ਦੇਖੋ, ਉਹ ਸਾਰੇ ਸਟੂਡੈਂਟ ਜਿਹੜੇ ਜੁਲਾਈ ਇਨਟੇਕ ਦੇ ਵਿੱਚ ਆਸਟ੍ਰੇਲੀਆ ਜਾਣਾ ਚਾਹੁੰਦੇ ਨੇ ਜੀ, ESS ਗਲੋਬਲ April 30 ਤੱਕ ਫਾਈਲਾਂ ਲਊਗਾ ਆਸਟ੍ਰੇਲੀਆ ਦੀ। ਉਸ ਤੋਂ ਬਾਅਦ ਜੁਲਾਈ ਇਨਟੇਕ ਵਾਸਤੇ ਕੋਈ ਫਾਈਲ ਨਹੀਂ ਲਿੱਤੀ ਜਾਏਗੀ। ਠੀਕ ਹੈ। ਕੰਸੀਡਰਿੰਗ ਦਾ ਟਾਈਮ ਜਿਹੜਾ ਇੱਕ GT ਆਫਰ ਲੈਟਰ ਐਂਡ ਹਾਈ ਕਮਿਸ਼ਨ ਲੈ ਕੇ ਚੱਲ ਰਿਹਾ ਹੈ, 2 ਤੋਂ 2.5 ਮਹੀਨੇ ਉਹਨੂੰ ਭੁਗਤਾਨ ਦੇ ਵਿੱਚ ਲੱਗਣੇ। ਤਾਂ ਆਹ ਸੈਮੀਨਾਰ ਜਿਹੜਾ ਅਸੀਂ ਕਰਨ ਜਾ ਰਹੇ ਹਾਂ 23 ਤਰੀਕ ਤੋਂ ਲੈ ਕੇ 30 ਤਰੀਕ ਤੱਕ, ਇਟ ਇਜ਼ ਐਨ ਓਪਰਚੁਨਿਟੀ ਫॉर ਸਟੂਡੈਂਟ। ਉਹ ਸਾਡੇ ਆਲਰੇਡੀ ਰਜਿਸਟਰਡ ਕਲਾਇੰਟ ਹੈ, ਚਾਹੇ ਨਵੇਂ ਕਲਾਇੰਟ ਹੈ ਜੋ ਸੋਚਦੇ ਪਏ ਹੈ, ਜੋ 12ਵੀਂ ਦਾ ਐਗਜ਼ਾਮ ਦਿੰਦੇ ਪਏ ਨੇ ਤੇ ਸੋਚ ਰਹੇ ਆ ਵੀ ਆਸਟ੍ਰੇਲੀਆ ਜੁਲਾਈ ਇਨਟੇਕ ਕਰੀਏ ਕਿ ਨਾ ਕਰੀਏ। ਐਂਡ ਔਨ ਟੌਪ ਆਫ ਦੈਟ ਸਕਾਲਰਸ਼ਿਪ। ਸਕਾਲਰਸ਼ਿਪ ਇੱਕ ਇਹ ਚੀਜ਼ ਹੈ, ਸਾਡੇ ਹਰਿਆਣਾ ਆਫਿਸ ਦੇ ਵਿੱਚ 2 ਜਾਂ 3 ਬੱਚਿਆਂ ਨੂੰ 3 ਬੱਚੇ ਆਈ ਬਲੀਵ 100% ਸਕਾਲਰਸ਼ਿਪ ਮਿਲੀ ਹੈ ਆਸਟ੍ਰੇਲੀਆ ਵਾਸਤੇ। ਠੀਕ ਹੈ। ਉਹ ਸਾਰੀ ਆਪਸ਼ਨ ਜੋ ਸਟੂਡੈਂਟ ਨੂੰ ਕਦੇ ਪਤਾ ਹੀ ਨਹੀਂ ਹੁੰਦੀਆਂ ਵੀ ਇਸ ਤਰ੍ਹਾਂ ਵੀ ਆਸਟ੍ਰੇਲੀਆ ਜਾਇਆ ਜਾ ਸਕਦਾ ਸਕਾਲਰਸ਼ਿਪ ਦੇ ਬੇਸ ਦੇ ਉੱਤੇ। ਇਹ ਸੈਮੀਨਾਰ, ਇਹ ਜਿਹੜੇ ਇਨਫੋਰਮੇਸ਼ਨ ਐਡਮਿਸ਼ਨ ਵੀਕ ਹੈ, ਇਹ ਉਹ ਸਾਰੀ ਚੀਜ਼ ਨੂੰ ਐਡਰੈਸ ਕਰਨਗੇ। ਠੀਕ ਹੈ। ਕਿਹੜਾ ਬੱਚਾ ਨਹੀਂ ਆਉਣਾ ਚਾਹੀਦਾ ਸੈਮੀਨਾਰ ਦੇ ਵਿੱਚ, ਜੇ ਲੰਬੇ ਗੈਪ ਹੈ, 12ਵੀਂ ਤੁਸੀਂ 2018-19 ਚ ਕੀਤੀ ਹੈ, ਉਹ ਆ ਕੇ ਆਪਣਾ ਟਾਈਮ ਵੇਸਟ ਕਰਨਗੇ। ਉਹ ਕਿਰਪਾ ਕਰਕੇ ਨਾ ਆਉਣ, ਕਿਉਂਕਿ ਟਾਈਮ ਤੁਹਾਡਾ ਵੀ ਤੇ ਸਾਡਾ ਵੀ ਵੈਲਿਊਏਬਲ ਹੈ। ਜੇ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਆਲਸ ਕੀਤਾ ਹੈ, PT ਕੀਤਾ, ਕੈਨੇਡਾ ਰਿਫਿਊਜ਼ ਹੋ, ਸਪਾਊਸ ਨਾਲ ਜਾਣਾ ਚਾਹੁੰਦੇ ਹੋ,
ਤਾਂ ਡੈਫੀਨਿਟਲੀ ਇਸ ਆਉਣ ਵਾਲੇ ਹਫਤੇ ਦਾ ਸੈਮੀਨਾਰਸ ਦਾ ਹਿੱਸਾ ਜ਼ਰੂਰ ਬਣਨਾ ਜੀ। ਤੇ ਮੈਂ ਤੁਹਾਨੂੰ ਦੱਸ ਵੀ ਦੇਣੀ ਆ ਕਿ ਜੋ 23 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਨੇ, 30 ਅਪ੍ਰੈਲ ਤੱਕ ਆਸਟ੍ਰੇਲੀਆ ਐਡਮਿਸ਼ਨ ਵੀਕ, 23 ਤਰੀਕ ਨੂੰ ਅੰਮ੍ਰਿਤਸਰ, 24 ਨੂੰ ਮੋਗਾ, 25 ਨੂੰ ਜਲੰਧਰ, 26 ਨੂੰ ਬਠਿੰਡਾ, 27 ਨੂੰ ਲੁਧਿਆਣਾ, 28 ਨੂੰ ਚੰਡੀਗੜ੍ਹ ਅਤੇ 30 ਤਰੀਕ ਨੂੰ ਪਟਿਆਲਾ ਵਿੱਚ ਇਹ ਹੋ ਰਿਹਾ। ਤੇ ਤੁਸੀਂ ਜ਼ਰੂਰ ਤੁਹਾਨੂੰ ਜਿੱਥੇ ਨੇੜੇ ਲੱਗੇ, ਈਜ਼ੀ ਲੱਗੇ, ਆਪਣੇ ਡਾਕੂਮੈਂਟਸ ਲੈ ਕੇ ਵਿਜ਼ਿਟ ਕਰੋ ਤਾਂ ਕਿ ਟਾਈਮਲੀ ਤੁਸੀਂ ਜੁਲਾਈ ਇਨਟੇਕ ਦੇ ਵਿੱਚ ਜੋ ਹੈ ਆਪਣੀ ਸੀਟ ਲੈ ਸਕੋ, ਕਿਉਂਕਿ ਸਮਾਂ ਆਪਾਂ ਦੇਖੀਏ ਤਾਂ ਥੋੜਾ ਰਹਿ ਗਿਆ। ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਕਿ ਆਸਟ੍ਰੇਲੀਆ ਐਮਬੈਸੀ ਵੱਲੋਂ ਜਾਂ ਕਾਲਜਿਸ ਵੱਲੋਂ ਬਹੁਤ ਸਟ੍ਰਿਕਨੈਸ ਦੇ ਨਾਲ ਸਾਰੇ ਡਾਕੂਮੈਂਟਸ ਵੀ ਚੈੱਕ ਕੀਤੇ ਜਾ ਰਹੇ ਨੇ। ਸੋ ਟਾਈਮਲੀ ਸਟੂਡੈਂਟਸ ਨੂੰ ਹੋਰ ਜ਼ਿਆਦਾ ਦੇਰ ਨਹੀਂ ਕਰਨੀ ਚਾਹੀਦੀ ਹੈ। ਇੱਕ ਵਾਰੀ ਆਓ, ਸਲਾਹ ਤੁਸੀਂ ਲੈ ਸਕਦੇ ਹੋ, ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਹੈ ਤੇ ਉੱਥੇ ਕਿਹੜੇ ਕਾਲਜਿਸ ਦੇ ਵਿੱਚ ਜੋ ਹੈ ਸਟੂਡੈਂਟਸ ਉੱਥੇ ਉਹਨਾਂ ਨੂੰ ਅਲੱਗ-ਅਲੱਗ ਰਾਹ ਮਿਲ ਸਕਦੇ ਨੇ। ਦੇਖੋ ਕਾਲਜਿਸ ਆਲਮੋਸਟ ESS ਕੋਲ ਆਲਮੋਸਟ 41 ਯੂਨੀਵਰਸਿਟੀਜ਼ ਨੇ। ESS ਗਲੋਬਲ ਹਾਇਰ ਐਜੂਕੇਸ਼ਨ ਆਸਟ੍ਰੇਲੀਆ ਨੂੰ ਪ੍ਰਮੋਟ ਕਰਦਾ, ਡਿਪਲੋਮੇ ਨੂੰ ਪ੍ਰਮੋਟ ਨਹੀਂ ਕਰਦਾ, ਕਿਉਂਕਿ ਡਿਪਲੋਮਾ ਜਿਹੜਾ ਹੈ ਉਹ ਔਨਸ਼ੋਰ ਮਾਰਕੀਟ ਹੈ। ਜਦ ਬੱਚਾ ਉੱਥੇ ਚਲੇ ਜਾਂਦਾ, ਜੇ ਉਹਨੇ ਡਿਪਲੋਮੇ ਕਰਨੇ ਹੈ ਤਾਂ ਜੇ ਇੱਥੋਂ ਜਾਣਾ ਹੈ ਹਾਇਰ ਐਜੂਕੇਸ਼ਨ, ਬੈਚਲਰ ਡਿਗਰੀ, ਮਾਸਟਰਸ ਡਿਗਰੀ ਆਈਡਲ ਫਿਟ ਹੈ। ESS ਗਲੋਬਲ ਦੀ ਰੂਫ ਹੇਠਾਂ ਐਜ਼ ਲੌਂਗ ਐਜ਼ ਯੂ ਕੁਆਲੀਫਾਈ ਫॉर ਐਨੀ ਯੂਨੀਵਰਸਿਟੀ 41 ਯੂਨੀਵਰਸਿਟੀਜ਼ ਦਾ ਐਕਸੈਸ ਹੈਗਾ ਪੂਰੇ ਆਸਟ੍ਰੇਲੀਆ ਦੇ ਵਿੱਚ, ਪਰਥ ਤੋਂ ਲੈ ਕੇ ਮੈਲਬਨ ਤੱਕ। ਜਿਹੜੀ ਯੂਨੀਵਰਸਿਟੀ ਤੁਹਾਨੂੰ ਐਡਮਿਸ਼ਨ ਕ੍ਰਾਈਟੇਰੀਆ ਲਈ ਸੂਟ ਕਰਦੀ ਹੈ ਜਾਂ ਜਿਹੜੀ ਯੂਨੀਵਰਸਿਟੀ ਦੇ ਰੈਗੂਲੇਸ਼ਨ GT ਦੇ ਤੁਸੀਂ ਤੁਹਾਡੀ ਪ੍ਰੋਫਾਈਲ ਸੂਟ ਕਰਦੀ ਹੈ, ਉਸ ਅਪਲਾਈ ਕਰੋ। ਤੇ ਇੱਕ ਚੀਜ਼ ਜ਼ਰੂਰ ਯਾਦ ਰੱਖਣਾ, ਆਸਟ੍ਰੇਲੀਆ ਦੇ ਵਿੱਚ ਕਦੇ ਵੀ ਇੱਕ ਯੂਨੀਵਰਸਿਟੀ 'ਚ ਅਪਲਾਈ ਨਹੀਂ ਕਰਨਾ, ਅਪਲਾਈ ਟੂ ਐਟਲੀਸਟ 2 to 3 ਯੂਨੀਵਰਸਿਟੀਜ਼। ਕਿਉਂ? ਆਫਰ ਲੈਟਰ ਤੁਹਾਡੇ ਕੋਲ ਆ ਜਾਂਦਾ, ਆਫਰ ਲੈਟਰ ਆਉਣ ਤੋਂ ਬਾਅਦ GT ਦਾ ਸਫ਼ਰ ਜਿਹੜਾ ਹੈ ਉਹ ਤੁਹਾਡਾ ਯੂ ਟਰਨ ਮਰਵਾਉਂਦਾ ਹੈ। ਇੱਕ ਯੂਨੀਵਰਸਿਟੀ ਅਪਲਾਈ ਕੀਤਾ, ਨਹੀਂ GT ਅਪਰੂਵ ਹੋਈ, ਤੁਹਾਡੇ 4 ਤੋਂ 6 ਹਫ਼ਤੇ ਵੇਸਟ ਹੋ ਜਾਣੇ ਆ। 2 'ਚ ਆਫਰ ਆਏ, ਦੋਵਾਂ GT ਅਪਲਾਈ ਕਰੋ, ਜਿੱਥੇ ਤੁਹਾਡੀ ਥਰੂ ਹੋ ਗਈ ਉੱਥੇ ਆਪਣਾ ਇਨਵੈਸਟਮੈਂਟ ਲਾਓ। ਤਾਂ ਦੈਟ ਮੀਨਸ ਸਟੂਡੈਂਟ ਸ਼ੁੱਡ ਬੀ ਓਪਨ ਫॉर ਐਨੀਵੇਅਰ ਇਨ ਆਸਟ੍ਰੇਲੀਆ। ਆਸਟ੍ਰੇਲੀਆ ਦੇ ਵਿੱਚ ਟਾਈਮ ਉਹ ਬੱਚਾ ਖਰਾਬ ਕਰਦਾ ਹੈ ਜਦ ਇੱਕ ਸਪੈਸੀਫਿਕ ਸ਼ਹਿਰ ਜਾਣਾ ਹੁੰਦਾ, ਜਦ ਇੱਕ ਸਪੈਸੀਫਿਕ ਯੂਨੀਵਰਸਿਟੀ ਜਾਣਾ ਹੁੰਦਾ ਤੇ ਰੂਲ ਉਹਦੇ ਲਈ ਜਿਹੜੇ ਹੈ ਉਹ ਕ੍ਰਾਈਟੇਰੀਆ ਮੀਟ ਨਹੀਂ ਕਰਦਾ। ਛੋਟਾ ਜਿਹਾ ਐਗਜ਼ਾਮਪਲ, ਤੁਸੀਂ ਮੈਲਬਨ ਦੀ ਕਿਸੇ ਯੂਨੀਵਰਸਿਟੀ ਜਾਣਾ, 6-5.5 ਬੈਂਡ ਨੇ, ਤੁਹਾਡੇ ਐਡਮਿਸ਼ਨ ਕ੍ਰਾਈਟੇਰੀਆ ਮੀਟ ਕਰਦੇ ਪਏ ਹੋ, ਪਰ GT ਦੇ ਵਿੱਚ ਉਹ ਯੂਨੀਵਰਸਿਟੀ ਕਹਿੰਦੀ ਹੈ ਸਾਨੂੰ 3 ਸਾਲ ਦੀ ਇਨਕਮ ਟੈਕਸ ਰਿਟਰਨ ਨਾ ਦਿਓ। ਹੁਣ ਐਗਰੀਕਲਚਰਸ ਕਈ ਵਾਰ ਜਾਂ ਮੋਸਟ ਆਫ ਟਾਈਮ 3 ਸਾਲ ਦੀ ਰਿਟਰਨ ਨਹੀਂ ਹੁੰਦੀ, ਕਿਉਂਕਿ ਉਹ ਤਾਂ ਖੜੇ ਪੈਰ ਭਰਾਈ ਜਾਂਦੀ ਹੈ ਬਿਕੋਜ਼ ਦੇ ਆਰ ਐਗਜ਼ੈਂਪਟਡ। ਹੁਣ ਉਹ ਬੱਚਾ ਜੇ ਇਹੋ ਜਿਹੀ ਯੂਨੀਵਰਸਿਟੀ ਅਪਲਾਈ ਕਰੂਗਾ ਤੇ ਉਹਦਾ ਟਾਈਮ ਹੀ ਵੇਸਟ ਹੋਏਗਾ। ਆਫਰ ਆਉਣ ਤੋਂ ਬਾਅਦ GT ਥਰੂ ਨਹੀਂ ਹੋਣੀ ਤੇ ਫਿਰ 4 ਤੋਂ 6 ਹਫ਼ਤੇ ਵੇਸਟ ਹੈ। ਤੇ ਆਪਣੀ ਜਿਹੜੀ ਹੈ ਤੁਹਾਡੀ ਪ੍ਰੋਫਾਈਲ ਨੂੰ ਦੇਖੋ, ਕਿਹੜੀ GT ਦੀ ਅਕੋਰਡੈਂਸ ਪੂਰੀ ਹੁੰਦੀ ਹੈ, ਫਿਰ ਅਪਲਾਈ ਕਰੋ ਉਸ ਯੂਨੀਵਰਸਿਟੀ ਦੇ ਵਿੱਚ। ਕਿਤੇ ਵੀ ਆਸਟ੍ਰੇਲੀਆ ਜਾਓ, ਇੱਕੋ ਵਰਗੀ ਪੜ੍ਹਾਈ ਹੈ, ਸਾਰੀ ਸਰਕਾਰੀ ਯੂਨੀਵਰਸਿਟੀਆਂ ਨੇ, ਹਜ਼ਾਰਾਂ ਬੱਚਾ ਪੜ੍ਹਦਾ ਉਹਨਾਂ ਯੂਨੀਵਰਸਿਟੀਆਂ ਦੇ ਵਿੱਚ, ਤੁਹਾਡਾ ਫਿਊਚਰ ਐਟਲੀਸਟ ਕਿਸੇ ਵੀ ਯੂਨੀਵਰਸਿਟੀ ਸਿਕਿਉਰ ਰਹੇਗਾ। ਜੀ ਬਿਲਕੁਲ। ਤੇ ਆਪਾਂ ਜਦੋਂ ਆਸਟ੍ਰੇਲੀਆ ਐਡਮਿਸ਼ਨ ਵੀਕ ਦੀ ਵੀ ਗੱਲ ਕੀਤੀ ਹੈ ਤਾਂ ਤੁਸੀਂ +2 ਸਟੂਡੈਂਟ ਜਿਹੜੇ ਗੈਪ ਨਾ ਹੋਵੇ ਜਿਨ੍ਹਾਂ ਦਾ, ਉਹਨਾਂ ਦੀ ਆਪਾਂ ਗੱਲ ਕਰ ਚੁੱਕੇ ਹਾਂ। ਲੇਕਿਨ ਅਗਰ ਆਪਾਂ ਗੱਲ ਕਰੀਏ ਜਿਹੜੇ ਗ੍ਰੈਜੂਏਸ਼ਨ ਕਰ ਚੁੱਕੇ ਨੇ, ਪੋਸਟ ਗ੍ਰੈਜੂਏਟ ਐਪਲੀਕੇਸ਼ਨ ਲਈ ਅਪਲਾਈ ਕਰਨਾ ਚਾਹ ਰਹੇ ਨੇ, ਲੇਕਿਨ ਉਹ ਅਗਰ ਉਹਨਾਂ ਦੇ ਆਇਲ ਸਕੋਰ ਦੀ ਗੱਲ ਕਰੀਏ ਓਵਰਆਲ 6 ਹੈ, ਇੱਕ ਵਿੱਚ 5.5 ਰਹਿ ਗਏ ਨੇ, ਤਾਂ ਅਜਿਹੀ ਪ੍ਰੋਫਾਈਲਸ ਦਾ ਕੀ ਫਿਊਚਰ ਦੇਖਦੇ ਆ? ਕੀ ਉਹਨਾਂ ਨੂੰ ਅਪਲਾਈ ਕਰਨਾ ਚਾਹੀਦਾ ਉਹਨਾਂ ਦਾ ਬੈਂਡ ਸਕੋਰ? ਇੱਕ ਟਾਈਮ ਸੀਗਾ, ਮੈਂ ਇੱਥੇ ਕੈਨੇਡਾ ਨੂੰ ਵਿੱਚ ਲੈ ਕੇ ਆਵਾਂਗਾ। ਕੈਨੇਡਾ ਦਾ ਰਿਲੇਸ਼ਨ ਅੱਜ ਤੋਂ 2-2.5 ਸਾਲ ਪਹਿਲਾਂ 1.5 ਦਾ ਫਿਊਚਰ ਬੰਦ ਹੋਣਾ ਸ਼ੁਰੂ ਹੋ ਗਿਆ ਸੀ ਤੇ ਅੱਜ ਬਿਲਕੁਲ ਹੀ ਬੰਦ ਹੈ। ਅੱਜ 1.5 ਹਾਰਡਲੀ ਹਜ਼ਾਰਾਂ ਚੋਂ ਇੱਕ ਵੀਜ਼ਾ ਕਿਤੇ ਭੁੱਲੇ ਪਟਕੇ ਆ ਜਾਏ, ਅਦਰਵਾਈਜ਼ ਜਿਹੜਾ ਬੱਚਾ ਲਾਂਦਾ ਉਹਨੂੰ ਪਤਾ 1.5 ਦਾ ਕੋਈ ਫਿਊਚਰ ਨਹੀਂ ਹੈ। ਅੱਜ ਆਸਟ੍ਰੇਲੀਆ ਦੀ ਪੋਸਟ ਗ੍ਰੈਜੂਏਟ ਮਾਰਕੀਟ ਦਾ ਇਹ ਹਾਲ ਹੋ ਚੁੱਕਿਆ ਹੈ। ਹੁਣ ਜਦ ਓਵਰਆਲ 6, 1.5 ਜਾਂ 2.5 ਆਪਾਂ ਆਸਟ੍ਰੇਲੀਆ ਲੈ ਕੇ ਜਾਂਦੇ ਹਾਂ ਮਾਸਟਰ ਡਿਗਰੀ ਵਾਸਤੇ, 41 ਚੋਂ ਸਿਰਫ 4 ਜਾਂ 5 ਯੂਨੀਵਰਸਿਟੀ ਤੁਹਾਨੂੰ ਐਂਟਰਟੇਨ ਕਰਨਗੀਆਂ। ਹੁਣ ਜੇ ਤੁਸੀਂ ਉਹਨਾਂ ਦੇ GT ਦੇ ਬਾਕੀ ਰੂਲ ਨੂੰ ਕੰਪਲਾਈ ਕਰਦੇ ਹੋ ਤਾਂ ਡੈਫੀਨਿਟਲੀ ਅਪਲਾਈ ਕਰੋ, ਪਰ ਜੇ ਬਾਕੀ GT ਦੇ ਰੂਲ ਨਹੀਂ ਕੰਪਲਾਈ ਕਰਦੇ ਫਿਰ ਆਪਣਾ ਟਾਈਮ ਵੇਸਟ ਕਰੋਗੇ। ਆਈਦਰ ਸਵਿਚ ਯੋਰ ਆਪਸ਼ਨ ਟੂ UK, ਜਿੱਥੇ 6-5.5 ਆਲਮੋਸਟ ਅੱਧੇ UK ਦੇ ਵਿੱਚ ਯੂਨੀਵਰਸਿਟੀਆਂ ਮਿਲ ਜਾਣਗੀਆਂ ਜਿਹੜੀ ਲੈਂਦੀਆਂ ਨੇ, ਜਾਂ ਆਪਣੇ IELTS ਜਾਂ PT ਦੁਬਾਰਾ ਰਿਪੀਟ ਕਰੋ। ਕਿਉਂਕਿ ਇੱਕ ਐਪਲੀਕੇਸ਼ਨ ਲਾਣਾ ਤੇ ਰਿਜੈਕਸ਼ਨ ਲੈ ਕੇ ਆਣਾ, ਉਹ ਕੁਝ ਬੇਸਿਕ ਚੀਜ਼ਾਂ ਦਿਖਦੀਆਂ ਹੁੰਦੀਆਂ ਵੀ ਇਹ ਮੇਰੇ ਨਾਲ ਹੋ ਸਕਦਾ ਹੈਗਾ, ਫਿਰ ਵੀ ਅੱਗੇ ਵਧਣਾ ਬੇਵਕੂਫੀ ਹੈ। ਕਿਉਂਕਿ ਅੱਜ ਜੇ 1.5 ਨਾਲ ਕੈਨੇਡਾ ਬੱਚਾ ਅਪਲਾਈ ਕਰਦਾ, ਉਹਨੂੰ ਪਤਾ ਹੁੰਦਾ 99.9% ਰਿਫਿਊਜ਼ਲ ਹੈ, ਫਿਰ ਵੀ 50-60 ਹਜ਼ਾਰ ਰੁਪਏ ਪੂਰੇ ਪ੍ਰੋਸੈਸ 'ਚ ਵੇਸਟ ਕਰਨੇ ਆ। ਉਹਦੀ ਇੱਛਾ ਹੁੰਦੀ ਹੈ ਤੇ ਜਿਹਦੇ ਕਰਕੇ ਉਹ ਅੱਗੇ ਜਾਂਦਾ ਹੈਗਾ। ਤੇ ਇਹੀ ਚੀਜ਼ ਆਸਟ੍ਰੇਲੀਆ 'ਚ ਹੈ। 6-5.5 ਆਈਦਰ ਯੂ ਕੰਪਲਾਈ ਵਿਦ GT, ਉਹ 4-5 ਯੂਨੀਵਰਸਿਟੀਆਂ ਨੇ, ਜਾਂ ਆਪਣੀ ਆਇਲਸ ਰਿਪੀਟ ਕਰ ਲਓ। ਜੀ ਬਿਲਕੁਲ। ਸੋ ਭਾਵੇਂ ਤੁਸੀਂ +2 ਤੋਂ ਬਾਅਦ ਅਪਲਾਈ ਕਰਨ ਬਾਰੇ ਸੋਚ ਰਹੇ ਹੋ, ਚਾਹੇ ਗ੍ਰੈਜੂਏਸ਼ਨ ਤੋਂ ਬਾਅਦ ਅਪਲਾਈ ਕਰਨ ਬਾਰੇ ਸੋਚ ਰਹੇ ਹੋ, ਆਸਟ੍ਰੇਲੀਆ ਬਾਰੇ ਤੁਹਾਡੇ ਕੋਈ ਸਵਾਲ ਕਲੀਅਰ ਨਹੀਂ ਹੋ ਪਾ ਰਹੇ ਨੇ, ਤਾਂ ਲਗਾਤਾਰ ਨੰਬਰ ਵੀ ਡਿਸਪਲੇ ਹੋ ਰਿਹਾ ਹੈ, ਇਸ ਉੱਪਰ ਕਾਲ ਕਰਕੇ ਆਪਣੀ ਪ੍ਰੋਫਾਈਲ ਵੀ ਡਿਸਕਸ ਕਰ ਸਕਦੇ ਹੋ। ਲੇਕਿਨ ਸਭ ਤੋਂ ਅੱਛਾ ਹੋਏਗਾ ਜੇਕਰ ਤੁਸੀਂ ESS ਗਲੋਬਲ ਦੇ ਆਫਿਸ ਪਹੁੰਚਦੇ ਹੋ ਆਪਣੇ ਡਾਕੂਮੈਂਟਸ ਲੈ ਕੇ, ਕਿਉਂਕਿ ਡਾਕੂਮੈਂਟਸ ਦੇਖਣ ਤੋਂ ਬਾਅਦ ਹੀ ਸਹੀ ਤਰੀਕੇ ਨਾਲ ਅਸੈਸਮੈਂਟ ਕੀਤੀ ਜਾ ਸਕਦੀ ਹੈ, ਤੁਹਾਨੂੰ ਗਾਈਡ ਕੀਤਾ ਜਾ ਸਕਦਾ ਹੈ ਕਿ ਕਿੱਥੇ ਤੁਸੀਂ ਸਹੀ ਤਰੀਕੇ ਨਾਲ ਜੈਨੂਇਨ ਵੇ ਦੇ ਨਾਲ ਪਹੁੰਚ
ਪਹੁੰਚ ਸਕਦੇ ਹੋ, ਕਿਉਂਕਿ ਅਸੀਂ ਬਾਰ-ਬਾਰ ਇਸ ਸ਼ੋਅ ਦੇ ਜ਼ਰੀਏ ਵੀ ਇਹੀ ਸੁਨੇਹਾ ਦਿੰਦੇ ਆ ਕਿ ਹਮੇਸ਼ਾ ਜੈਨੂਇਨ ਵੇ ਦੇ ਨਾਲ ਹੀ ਅਪਲਾਈ ਕਰੋ। ਫੇਕ ਡਾਕੂਮੈਂਟਸ ਲਗਾਉਂਦੇ ਹੋ, ਨਕਲੀ ਦਸਤਾਵੇਜ਼ ਲਗਾਉਂਦੇ ਹੋ ਤਾਂ ਕਿਤੇ ਨਾ ਕਿਤੇ ਤੁਹਾਡੀ ਆਪਣੀ ਹੀ ਪ੍ਰੋਫਾਈਲ ਖਰਾਬ ਹੁੰਦੀ ਹੈ। ਲੌਂਗ ਟਰਮ ਤੁਹਾਨੂੰ ਕੋਈ ਬੈਨੀਫਿਟ ਨਹੀਂ ਹੋਣ ਵਾਲਾ, ਉਸ ਦੇ ਨਾਲ ਰਿਫਿਊਜ਼ਲ ਦੇ ਚਾਂਸਿਸ ਹੀ ਤੁਹਾਡੇ ਵੱਧਦੇ ਨੇ ਜੀ। ਅੱਗੇ ਆਪਾਂ ਗੱਲ ਕਰ ਰਹੇ ਹਾਂ ਕਿ ਗੈਪ ਨੂੰ ਲੈ ਕੇ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਕਨਫਿਊਜ਼ਨ ਰਹਿੰਦੀ ਹੈ ਕਿ ਗੈਪ ਹੈ, ਸਾਨੂੰ ਕਿੰਨਾ ਗੈਪ ਹੈ, ਜਸਟੀਫਾਈ ਕਿਵੇਂ ਕਰੀਏ, ਜਾਂ ਅਗਰ ਸਾਨੂੰ ਦਿਖ ਰਿਹਾ ਕਿ ਸਾਡਾ ਗੈਪ ਵੱਧ ਰਿਹਾ ਤਾਂ ਅਸੀਂ ਉਸ ਟਾਈਮ ਦੌਰਾਨ ਕੀ ਕਰੀਏ। ਦੇਖੋ ਜਿਹੜਾ +2 ਤੋਂ ਬਾਅਦ ਗੈਪ ਹੁੰਦਾ ਬੇਸਿਕਲੀ ਉਹਦੇ ਕਾਰਨ ਜਿਹੜੇ ਹੁੰਦੇ 90% ਕਾਰਨ ਬਾਈ ਚੋਇਸ ਹੁੰਦੇ ਨੇ। ਬੱਚਾ ਆਇਲਸ ਕਰਦਾ, ਆਇਲਸ ਪਹਿਲੀ ਵਾਰ ਬੈਡ ਨਹੀਂ ਆਏ, ਦੁਬਾਰਾ ਆਇਲਸ ਕਰਦਾ ਤੇ 1.5 ਪੌਣੇ 2 ਸਾਲ ਉਸ ਕੱਢ ਦਿੰਦਾ। ਇਹ ਪ੍ਰੋਫਾਈਲ ਆਸਟ੍ਰੇਲੀਆ ਵਾਸਤੇ ਬਿਲਕੁਲ ਨਹੀਂ ਹੈਗੀ। ਆਸਟ੍ਰੇਲੀਅਨ ਯੂਨੀਵਰਸਿਟੀਜ਼ ਮੰਨ ਕੇ ਚੱਲਦੀਆਂ ਨੇ ਦੈਟ 1 ਸਾਲ ਤੋਂ ਵੱਧ ਦਾ ਗੈਪ ਬੱਚਾ ਪੜ੍ਹਾਈ 'ਚ ਸੀਰੀਅਸ ਨਹੀਂ ਹੈ, ਕਿਉਂਕਿ ਇੰਡੀਆ ਦੇ ਵਿੱਚ ਨਾ ਇੱਕ ਭੱਜ ਦੌੜ ਲੱਗੀ ਹੈ। ਜੇ ਮੇਰਾ ਬੱਚਾ ਅੱਜ 3 ਸਾਲ ਦਾ ਹੈ ਨਾ, ਮੈਂ ਉਹਨੂੰ ਕਿੰਡਰਗਾਰਟਨ ਪਾ ਦਾਂਗਾ ਵੀ ਇਹਦੀ 12ਵੀਂ 16-17 ਸਾਲ 'ਚ ਹੋ ਜਾਏਗੀ, ਰੇਸ ਹੈ। ਹੁਣ ਉਹ ਜਦ ਬੱਚਾ 12ਵੀਂ ਕਰਕੇ ਅੱਗੇ ਡਿਗਰੀ 'ਚ ਐਡਮਿਸ਼ਨ ਨਹੀਂ ਲੈਂਦਾ ਤੇ ਉਹ ਬਹੁਤ ਵੱਡਾ ਕੁਐਸਚਨ ਮਾਰਕ ਪਾ ਦਿੰਦੀ ਹੈ ਲੋਕਾਂ ਦੇ ਦਿਮਾਗਾਂ ਦੇ ਵਿੱਚ ਜਿਹੜੇ ਯੂਨੀਵਰਸਿਟੀ 'ਚ ਬੈਠੇ ਆ। ਜਦ ਇੱਕ ਰੇਸ ਹੈ, ਰੇਸ ਤੋਂ ਬਾਹਰ ਕਿਉਂ ਨਿਕਲ ਗਿਆ? ਦੈਟ ਮੀਨ ਉਹਦੀ ਚੋਇਸ ਜਿਹੜੀ ਹੈ ਉਹ ਪੜ੍ਹਨ ਦੀ ਨਹੀਂ ਹੈਗੀ, ਤਾਂ ਉਹਨੂੰ ਨਾਨ ਜੀਟੀ ਪਹਿਲਾਂ ਹੀ ਮੰਨ ਲਿੱਤਾ ਜਾਂਦਾ ਹੈ। ਅਦਰਵਾਈਜ਼ ਕੁਝ ਪ੍ਰੋਫਾਈਲਸ ਨੇ ਜਿਵੇਂ +2 ਮੈਡੀਕਲ ਹੈਗੇ ਆ, 80-90% ਬੱਚੇ ਹੈ, ਉਹਨੇ ਨੀਟ ਦਾ ਐਗਜ਼ਾਮ ਦੇ ਦਿੱਤਾ, AIEEE ਦਾ ਐਗਜ਼ਾਮ ਦੇ ਦਿੱਤਾ ਤੇ ਨਹੀਂ ਆਏ ਉਹਦੇ ਨੰਬਰ, ਜਾਂ ਉਹਨੂੰ ਸੀਟ ਆਪਣੇ ਹਿਸਾਬ ਨਾਲ ਨਹੀਂ ਮਿਲੀ, ਪਰ ਉਹਦੇ ਕੋਲ ਸਬੂਤ ਹੈ ਸਾਰੇ ਐਗਜ਼ਾਮੀਨੇਸ਼ਨ ਦੇ। ਇਹੋ ਜਿਹੇ ਬੱਚਿਆਂ ਦਾ 1-1.5 ਸਾਲ ਦਾ ਗੈਪ ਜਸਟੀਫਾਈ ਹੋ ਜਾਂਦਾ ਹੈ। ਠੀਕ ਹੈ। 12ਵੀਂ ਤੋਂ ਬਾਅਦ ਤੁਸੀਂ ITI ਕੀਤੀ ਹੈ, ਬਿਲਕੁਲ ਆਸਟ੍ਰੇਲੀਆ ਅਪਲਾਈ ਨਹੀਂ ਕਰਨਾ, ਕਿਉਂਕਿ ITI ਇੱਕ ਹਾਇਰ ਐਜੂਕੇਸ਼ਨ ਦੇ ਨਾਲ ਮੈਚ ਹੀ ਨਹੀਂ ਖਾਂਦੀ। ITI ਟ੍ਰੇਡ ਲੈਵਲ ਕੋਰਸ ਹੈਗਾ। ਦੈਟ ਗਿਵਸ ਇੰਪ੍ਰੈਸ਼ਨ ਟੂ ਯੂਨੀਵਰਸਿਟੀ ਇਹਦਾ ਕਲੀਅਰ ਨਹੀਂ ਹੈ, ਇਹਨੇ ਜਾਣਾ ਕਿਹੜੇ ਪਾਸੇ ਹੈ, ਡਿਗਰੀਆਂ ਕਰਨੀਆਂ, ਡਿਪਲੋਮੇ ਕਰਨੇ ਆ, ਉਹ ਵੈਸੇ ਹੀ ਨਾਨ ਜੈਨੂਇਨ ਹੋ ਜਾਂਦਾ ਹੈ। ਤਾਂ 12ਵੀਂ 2021 ਪਾਸ ਆਊਟ ਹੈ, ਉਹ ਇਹ ਜੁਲਾਈ ਇਨਟੇਕ ਅਪਲਾਈ ਕਰ ਸਕਦਾ ਹੈ। ਅਗਲੇ ਸਾਲ 2023 ਦੇ ਵਿੱਚ 2022 ਪਾਸ ਆਊਟ 12ਵੀਂ ਚੱਲੇਗੀ, 2021 ਨਹੀਂ ਚੱਲੇਗੀ। ਪੈਰਲਲੀ ਜੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ, ਬੈਚਲਰ ਕੀਤੀ ਹੈ ਤੁਸੀਂ IT ਦੇ ਵਿੱਚ, ਅਕਾਊਂਟਿੰਗ ਦੇ ਵਿੱਚ, ਆਰਟਸ ਕੀਤੀ ਹੈ, ਕੋਈ ਵੀ ਬੈਕਗ੍ਰਾਉਂਡ ਹੈ, ਆਇਲਸ 6 ਈਚ ਵੀ ਹੈ ਘੱਟੋ ਘੱਟ, ਐਂਡ 5-6 ਸਾਲ ਦਾ ਗੈਪ ਹੈ, ਪਰ ਤੁਸੀਂ ਗੈਪ ਦੇ ਵਿੱਚ ਕਿਤੇ ਜੌਬ ਕੀਤੀ ਤਾਂ ਤੁਹਾਡਾ ਐਡਮਿਸ਼ਨ ਪੋਸੀਬਲ ਹੈ। ਹੁਣ ਜੌਬ ਦੇ ਵਿੱਚ ਪਤਾ ਕੀ ਹੈ, ਸਭ ਤੋਂ ਇੰਪੋਰਟੈਂਟ ਚੀਜ਼ ਕਿਹੜੀ ਹੁੰਦੀ ਹੈ? ਲੋਕੀ ਭੱਜਦੇ ਨੇ ਵਰਕ ਐਕਸਪੀਰੀਅੰਸ ਡਾਕੂਮੈਂਟੇਸ਼ਨ ਵਾਲੇ ਪਾਸੇ, ਉਹ ਤਾਂ ਇੱਕ ਜ਼ਰੂਰੀ ਕਾਗਜ਼ ਹੈ, ਪਰ ਇੱਕ ਐਕਚੁਅਲ ਜੌਬ ਕਰਨ ਵਾਲੇ ਦਾ ਬੰਦਾ ਜਿਹੜਾ ਹੁੰਦਾ ਨਾ, ਉਹਦਾ CV ਦੇਖ ਕੇ ਪਤਾ ਲੱਗ ਜਾਂਦਾ ਕਿ ਉਹ ਐਕਚੁਅਲੀ ਜੌਬ ਕਰਦਾ ਜਾਂ ਮੈਨੇਜ ਕੀਤਾ ਹੋਇਆ। ਜਿਹਦੇ ਕੋਲ 5-6 ਸਾਲ ਦਾ ਐਕਸਪੀਰੀਅੰਸ ਹੈ, ਉਹਦਾ CV ਹਮੇਸ਼ਾ ਰੈਡੀ ਹੁੰਦਾ ਨੈਕਸਟ ਕੰਪਨੀ ਦੇ ਵਿੱਚ ਅਪਲਾਈ ਕਰਨ ਲਈ, ਗਰੋਥ ਵਾਸਤੇ। ਉਹਦਾ naukri.com ਤੇ ਮਿਲ ਜੂਗਾ, monster.com ਤੇ ਮਿਲ ਜੂਗਾ, ਕਿਉਂਕਿ ਇਹ ਉਹ ਸਾਲ ਨੇ 5-6 ਸਾਲ ਪਹਿਲੇ ਜਦ ਤੁਸੀਂ ਕਰੀਅਰ ਦੇ ਲਾਣੇ ਹੋ, ਜਿਹਦੇ ਵਿੱਚ ਕੀ ਤੁਹਾਡਾ ਗਰੋਥ ਜਾਂ ਤੁਸੀਂ ਐਕਸਟਰਾ ਜਿਹੜਾ ਪਰਕਸ ਹੈ ਮਨੀ ਵਾਸਤੇ ਆਪਣੇ ਆਪ ਨੂੰ ਰੈਡੀ ਰੱਖਦੇ ਹੋ, ਕਿਉਂਕਿ ਮਿਹਨਤ ਕਰਨ ਦਾ ਟਾਈਮ ਹੈ। ਉਹਨੂੰ ਇੱਕ CV ਬੜਾ ਬੇਸਿਕ ਜਿਹਾ ਬਣ ਜਾਂਦਾ, ਲੈਫਟ ਅਲਾਈਨਡ ਕਰਕੇ ਕੰਪਿਊਟਰ ਦੇ ਉੱਤੇ, ਤਾਂ ਪਤਾ ਲੱਗ ਜਾਂਦਾ ਹੈ ਚੱਲਦਾ ਫਿਰਦਾ ਐਕਸਪੀਰੀਅੰਸ ਹੈਗਾ, ਇਹਦਾ ਕੋਈ ਹੱਥ ਪੈਰ ਨਹੀਂ ਹੈ। ਫਿਰ ਇੰਟਰਵਿਊ ਦੇ ਵਿੱਚ ਉਹਦਾ ਗ੍ਰਿਲਿੰਗ ਹੁੰਦੀ ਹੈ, ਜਿਹੜੀ ਐਮਬੈਸੀ ਜਾਂ ਯੂਨੀਵਰਸਿਟੀ ਦੋਨੋਂ ਲੈ ਸਕਦੇ ਨੇ। ਤਾਂ ਆਪਣੇ ਡਾਕੂਮੈਂਟੇਸ਼ਨ ਨੂੰ ਜਿੰਨਾ ਸਵਾਰੋਗੇ, ਕਿਉਂਕਿ ਤੁਹਾਡੇ ਡਾਕੂਮੈਂਟੇਸ਼ਨ ਹੀ ਤੁਹਾਨੂੰ ਇੱਕ ਪ੍ਰੈਜ਼ੈਂਟ ਕਰਦੇ ਪਏ ਨੇ ਯੂਨੀਵਰਸਿਟੀ ਵਾਲਿਆਂ ਦੇ ਅੱਗੇ, ਤੇ ਉਹਨਾਂ ਹੀ ਘੱਟ ਚਾਂਸ ਹੈ ਤੁਹਾਡੇ ਇੰਟਰਵਿਊ ਜਾਂ ਯੂਨੀਵਰਸਿਟੀ ਦੇ ਸਵਾਲ ਆਉਣ ਦੇ। ਕਿੰਨੇ ਸੋਹਣੀ ਤਰ੍ਹਾਂ ਸਕੈਨ ਨੇ, ਕਲਰਡ ਸਕੈਨਿੰਗ ਨੇ, CV, ਐਕਸਪੀਰੀਅੰਸ, ਈਚ ਐਂਡ ਐਵਰੀਥਿੰਗ। ਆਈ ਮੀਨ ਦੇ ਸ਼ੁੱਡ ਸਪੀਕ ਤੁਸੀਂ ਕੌਣ ਹੋ, ਤੁਹਾਡੀ ਪਰਸਨੈਲਿਟੀ ਕੀ ਹੈ। ਅੱਜ ਦੀ ਡੇਟ ਦੇ ਵਿੱਚ ਜਿਵੇਂ ਤੁਸੀਂ ਕਿਸੇ ਦਾ ਲਿੰਕਡਇਨ ਦੇਖ ਲਓ, ਤੁਹਾਨੂੰ ਪਤਾ ਲੱਗ ਜਾਏਗਾ ਕਿੱਡਾ ਵੱਡਾ ਪ੍ਰੋਫੈਸ਼ਨਲ ਹੈਗਾ ਉਹ। ਅੱਜ ਦੀ ਦੁਨੀਆ 'ਚ ਉੱਥੋਂ ਜੱਜ ਕਰਦੀ ਹੈ, ਤੇ ਅੱਜ ਸਟੂਡੈਂਟ ਨੂੰ ਵੀ ਉੱਥੋਂ ਹੀ ਜੱਜ ਕੀਤਾ ਜਾਂਦਾ ਹੈ। ਜੀ ਬਿਲਕੁਲ, ਤੁਸੀਂ ਜਿਵੇਂ ਗੱਲ ਕਹੀ ਕਿ ਚੰਗੀ ਤਰ੍ਹਾਂ ਨਾਲ ਡਾਕੂਮੈਂਟੇਸ਼ਨ ਹੋਵੇਗੀ ਤਾਂ ਹੀ ਜੋ ਹੈ ਤੁਹਾਡਾ ਵੀਜ਼ਾ ਸਕਸੈਸ ਰੇਟ ਵੀ ਵਧਦਾ, ਲੇਕਿਨ ਗੱਲ ਉੱਥੇ ਆਉਂਦੀ ਕਿ ਚੰਗੀ ਤਰ੍ਹਾਂ ਨਾਲ ਡਾਕੂਮੈਂਟੇਸ਼ਨ ਵੀ ਤਾਂ ਹੀ ਹੋਏਗੀ ਜੇ ਤੁਸੀਂ ਇੱਕ ਚੰਗੇ ਕੰਸਲਟੈਂਟ ਦੀ ਚੋਣ ਕਰੋਗੇ, ਇੱਕ ਚੰਗੀ ਇਮੀਗ੍ਰੇਸ਼ਨ ਕੰਪਨੀ ਦੀ ਚੋਣ ਕਰੋਗੇ, ਜਿਹੜੇ ਜੈਨੂਇਨ ਵੇ ਦੇ ਨਾਲ ਕੰਮ ਕਰਦੇ ਹੋਣ, ਜਿਨ੍ਹਾਂ ਨੂੰ ਹਰੇਕ ਟੈਕਨੀਕਲ ਪੁਆਇੰਟ ਦਾ ਬਰੀਕੀ ਦੇ ਨਾਲ ਜਿਨ੍ਹਾਂ ਨੂੰ ਨੌਲੇਜ ਹੋਵੇ, ਤਾਂ ਹੀ ਜੋ ਹੈ ਪੂਰੇ 100% ਚਾਂਸਿਸ ਬਣਦੇ ਨੇ ਕਿ ਤੁਹਾਡਾ ਸਕਸੈਸਫੁਲੀ ਵੀਜ਼ਾ ਹੈ। ਇਸ ਲਈ ਸਹੀ ਕੰਸਲਟੈਂਟ ਦੀ ਚੋਣ ਕਰਨੀ ਬਹੁਤ ਜ਼ਰੂਰੀ ਹੈ, ਤਾਂ ਕਿ ਕਿਤੇ ਵੀ ਕੋਈ ਕਮੀ ਪੇਸ਼ੀ ਨਾ ਰਹੇ ਤੇ ਤੁਸੀਂ ਆਪਣੇ ਵਿਦੇਸ਼ ਜਾਣ ਦਾ ਸੁਪਨਾ ਆਸਾਨੀ ਦੇ ਨਾਲ ਜੋ ਹੈ ਪਾਰ ਕਰ ਸਕੋ। ਤੇ ਮੈਂ ਇੱਥੇ ਜਾਣਨਾ ਚਾਹੂੰਗੀ, ਜਿਵੇਂ ਆਪਾਂ ਗੱਲ ਕਰੀਏ, ਆਪਾਂ ਕਈ ਵਾਰੀ ਦੇਖਦੇ ਹਾਂ ਕਿ ਸਟੂਡੈਂਟਸ ਜਿਹੜੇ ਹੁੰਦੇ ਨੇ, ਆਫਰ ਲੈਟਰ ਕੋਈ ਏਜੰਟ ਉਹਨਾਂ ਦੇ ਹੱਥ ਵਿੱਚ ਦੇ ਦਿੰਦਾ ਤਾਂ ਉਹ ਖੁਸ਼ ਹੋ ਜਾਂਦੇ ਨੇ ਕਿ ਬਸ ਹੁਣ ਆਫਰ ਲੈਟਰ ਆ ਗਈ, ਪੂਰਾ ਪਰਿਵਾਰ ਖੁਸ਼ ਹੋ ਜਾਂਦਾ, ਆਫਰ ਲੈਟਰ ਆ ਗਈ ਜੀ। ਉਹਨਾਂ ਨੂੰ ਲੱਗਦਾ ਬਸ ਹੁਣ ਕੱਲ ਨੂੰ ਸਾਡਾ ਬੱਚਾ ਜੋ ਹੈ ਫਲਾਈਟ ਚੜ੍ਹੇਗਾ ਤੇ ਪਹੁੰਚ ਜਾਏਗਾ। ਪਰ ਜਿਵੇਂ ਤੁਸੀਂ ਗੱਲ ਕੀਤੀ ਕਿ ਆਸਟ੍ਰੇਲੀਆ ਦਾ ਅਸਲੀ ਪ੍ਰੋਸੈਸ ਹੀ ਆਫਰ ਲੈਟਰ ਆਉਣ ਤੋਂ ਬਾਅਦ ਸ਼ੁਰੂ ਹੁੰਦਾ ਹੈ, ਤਾਂ ਉਹ ਪ੍ਰੋਸੈਸ ਨੂੰ ਥੋੜਾ ਸਮਝਣਾ ਚਾਹਾਂਗੇ, ਆਪਣੇ ਦਰਸ਼ਕਾਂ ਨੂੰ ਸਮਝਾਉਣਾ ਚਾਹਾਂਗੇ, ਤਾਂ ਕਿ ਸਿਰਫ ਇੱਕ ਆਫਰ ਲੈਟਰ ਲੈ ਕੇ ਹੀ ਖੁਸ਼ੀ ਨਾ ਮਨਾਉਣ ਲੱਗ ਜਾ ਕਰਨ, ਐਕਚੁਅਲ ਵਿੱਚ ਪ੍ਰੋਸੈਸ ਨੂੰ ਸਮਝਣ ਪੂਰਾ। ਬਿਲਕੁਲ, ਦੇਖੋ ਜਿਹੜਾ ਆਸਟ੍ਰੇਲੀਆ ਦਾ ਐਜੂਕੇਸ਼ਨ ਸਿਸਟਮ ਹੈ ਨਾ, ਇਹ ਹਰੇਕ ਉਸ ਜੈਨੂਇਨ ਬੱਚੇ ਵਾਸਤੇ 2012 ਚੇਂਜ ਹੋਇਆ ਸੀ ਐਜੂਕੇਸ਼ਨ ਸਿਸਟਮ, ਜਿਹਦੇ ਵਿੱਚ ਕਿ ਜੇ ਤੁਸੀਂ ਵਧੇਰੇ ਪੜ੍ਹਾਈ ਕਰਨ ਲਈ ਜਾਣਾ ਹੈ, ਤੁਹਾਡੇ ਕੋਲ ਸਾਰੇ ਪ੍ਰੂਫ, ਸਬੂਤ ਐਂਡ ਇੰਟੈਂਸ਼ਨ ਹੋਣੀ ਚਾਹੀਦੀ ਹੈ ਪੜ੍ਹਨ ਦੀ।
ਜੀ ਜੀ ਜਸਟ ਲਾਈਕ US ਦੀ ਓਰੀਜਨਲ ਐਜੂਕੇਸ਼ਨ। ਅਨਫੋਰਚੂਨੇਟਲੀ ਆਪਣਾ ਜਿਵੇਂ ਪ੍ਰਮੋਟ ਕੀਤਾ ਜਾਂਦਾ ਕਿਸੇ ਵੀ ਪ੍ਰੋਡਕਟ ਨੂੰ, ਉਹ ਇਸ ਤਰ੍ਹਾਂ ਹੈ ਸੌਖਾ ਹੈ, ਆ ਜਾਓ ਜਹਾਜ਼ ਖੜੇ ਹੋਏ ਆ ਬਾਹਰ, ਬਿਲਕੁਲ ਆਓ ਤੇ ਚੜੀਏ, ਇਸ ਤਰ੍ਹਾਂ ਪ੍ਰਮੋਸ਼ਨ ਹੁੰਦੀ ਹੈ। ਬਟ ਆਸਟ੍ਰੇਲੀਆ ਦੇ ਵਿੱਚ ਤੁਸੀਂ ਮੰਨ ਲਓ ਪੜ੍ਹਾਈ ਤੋਂ ਬਾਅਦ ਅੱਗੇ ਪੜ੍ਹਾਈ ਜਾਣਾ, ਉਹਨਾਂ ਨੇ 3 ਮੋਟੀ ਚੀਜ਼ਾਂ ਦੇਖਣੀਆਂ ਨੇ। ਇੱਕ ਵਰਡ 'ਚ ਕਹਾਂ ਤਾਂ ਪ੍ਰੋਗਰੈਸ਼ਨ, ਤੁਹਾਡੀ ਅਕੈਡਮਿਕ ਪ੍ਰੋਗਰੈਸ਼ਨ, ਪੜ੍ਹਾਈ ਲਿਖਾਈ ਦੀ ਪ੍ਰੋਗਰੈਸ਼ਨ ਕਿਵੇਂ ਹੈ, ਤੁਹਾਡੀ ਫਾਈਨੈਂਸ਼ੀਅਲ ਕਪੈਸਿਟੀ ਕਿਵੇਂ ਹੈ ਕਿ ਤੁਸੀਂ ਫੀਸਾਂ ਪਹਿਲੇ ਸਾਲ ਦੀਆਂ ਆਪਣੀਆਂ ਇੰਡੀਆ ਤੋਂ ਸਪੋਰਟ ਕਰ ਸਕਦੇ ਹੋ, ਪਹਿਲੇ ਸਾਲ ਦੀਆਂ, ਪਹਿਲੇ ਸਮੈਸਟਰ ਦੀਆਂ ਨਹੀਂ, ਪਹਿਲੇ ਸਾਲ ਦੀਆਂ। ਪਲੱਸ ਤੁਹਾਡੇ ਰਿਟਰਨ ਔਨ ਇਨਵੈਸਟਮੈਂਟ ਕੀ ਹੈ, ਜਿਹੜਾ ਕੋਰਸ ਕਰਨ ਚੱਲੇ ਹੋ ਉਹਦਾ ਫਿਊਚਰ ਕੀ ਹੈ। ਠੀਕ ਹੈ, ਛੋਟਾ ਜਿਹਾ ਐਗਜ਼ਾਮਪਲ ਦੇਣਾ ਇੱਥੇ, ਇੱਕ SOP ਪੜ੍ਹਿਆ, ਰੀਸੈਂਟਲੀ ਰਿਫਿਊਜ਼ਲ ਦੇਖਿਆ, ਮੈਲਬਨ ਦੀ ਕਿਸੇ ਵੱਡੀ ਯੂਨੀਵਰਸਿਟੀ ਦਾ ਸੀਗਾ, ਜਿਸ 'ਚ ਉਹਨੇ ਲਿਖਿਆ ਹੋਇਆ ਮੇਰੇ ਸ਼ਹਿਰ 'ਚ ਰੈਡੀਸਨ ਹੋਟਲ ਨਹੀਂ ਹੈਗਾ, ਮੈਂ ਉੱਥੇ ਹਸਪਿਟੈਲਿਟੀ ਕਰਕੇ ਜਦ ਤੱਕ ਮੇਰੇ ਸ਼ਹਿਰ 'ਚ ਰੈਡੀਸਨ ਹੋਟਲ 5 ਸਟਾਰ ਹੋਟਲ ਆ ਜਾਣਗੇ ਤੇ ਤਾਂ ਮੈਂ ਉੱਥੇ ਕੰਮ ਕਰਾਂਗਾ। ਹੁਣ ਇਹ ਸੋਚ ਜਿਹੜੀ ਹੈ ਅੱਜ ਤੋਂ 7-8 ਸਾਲ ਪਹਿਲਾਂ ਹੁੰਦੀ ਨਾ, ਸਮਝ ਆਉਂਦੀ ਸੀ, ਪਰ ਅੱਜ ਦੀ ਡੇਟ ਵਿੱਚ 7 ਸਟਾਰ ਹੋਟਲ ਖੁੱਲ ਚੁੱਕੇ ਨੇ। ਬਿਲਕੁਲ, ਕੋਈ ਦੁਨੀਆ ਦੇ ਕੁਝ ਇੰਟੈਲੀਜੈਂਟ ਬੰਦੇ ਸਪੇਸ ਦੇ ਵਿੱਚ ਹੋਟਲ ਖੋਲਣ ਚੱਲੇ ਨੇ, ਤਾਂ ਉਹ ਸੋਚ ਇਹਨੇ ਇੱਥੋਂ ਇੰਪ੍ਰੈਸ਼ਨ ਪਤਾ ਕੀ ਜਾਂਦਾ ਹੈ, ਇਹਨੂੰ ਐਕਚੁਅਲੀ ਆਪਣੀ ਜਿਹੜੇ ਪੜ੍ਹਾਈ ਕਰਨ ਚੱਲਾ ਉਹਨੂੰ ਉਹਦੇ ਫੈਕਟ ਦਾ ਨਹੀਂ ਪਤਾ, ਦੁਨੀਆ ਕਿਹੜੇ ਪਾਸੇ ਚੱਲੀ ਜਾਂਦੀ ਹੈ। ਇਹਨੇ ਕਨਫਾਈਡ ਹੀ ਆਪਣੇ ਆਪ ਨੂੰ ਆਪਣੇ ਏਰੀਆ 'ਚ ਕੀਤਾ ਹੋਇਆ ਹੈ, ਤੇ ਜੇ ਆਪਣੇ ਏਰੀਆ ਦੇ ਵਿੱਚ ਪੜ੍ਹ ਕੇ ਵਾਪਸ ਆਣਾ ਨਾ, ਤੁਹਾਨੂੰ ਪੜ੍ਹਾਈ ਦੇ ਜਿਹੜੇ ਪੈਸੇ ਲਾਣੇ ਆ ਲੱਗਣੇ ਆ ਉਹ ਤੁਹਾਨੂੰ ਵਾਪਸ ਵੀ ਨਹੀਂ ਮਿਲਣੇ, ਕਿਉਂਕਿ 15 ਲੱਖ ਰੁਪਏ ਸਾਲ ਦੀ ਫੀਸਾਂ, 45 ਲੱਖ ਰੁਪਇਆ ਆਪਣੇ ਸ਼ਹਿਰ 'ਚ ਕਿਸੇ ਇੱਕ ਹੋਟਲ ਦੇ ਵਿੱਚ 5 ਸਟਾਰ 'ਚ ਤੁਸੀਂ ਕੰਮ ਕਰਨ ਜਾਓਗੇ ਤਾਂ ਕਿੰਨੇ ਸਾਲਾਂ ਲੱਗ ਜਾਣਗੇ ਉਹ ਪੈਸਾ ਰਿਕਵਰ ਕਰਨ ਲੱਗੇ। ਆ ਬੇਸਿਕ ਚੀਜ਼ਾਂ ਦੇ ਉੱਤੇ ਯੂਨੀਵਰਸਿਟੀ ਗੇਜ ਕਰਦੀ ਹੈ, ਜੋ ਲਿਖਦੇ ਪਏ ਹੋ, ਜੋ ਕਾਗਜ਼ ਭੇਜਦੇ ਪਏ ਹੋ। ਇਸ ਲਈ ਆਸਟ੍ਰੇਲੀਆ, ਜਿਵੇਂ ਬਾਰ-ਬਾਰ ਕਹਿੰਦੇ, ਇਟਸ ਵੈਰੀ ਟੈਕਨੀਕਲ, ਯੂ ਨੀਡ ਅ ਪਰਸਨ ਜਿਹਨੂੰ ਚਾਰੋਂ ਪਰਸਪੈਕਟਿਵ ਪਤਾ ਹੋਣ, ਇੱਕ SOP ਕਿਵੇਂ ਬਣਾਉਣੀ ਹੈ, ਤੁਹਾਨੂੰ ਗਾਈਡ ਕਿਵੇਂ ਕਰਨਾ ਹੈ, ਐਂਡ ਇਨਫੋਰਮੇਸ਼ਨ ਕਿਵੇਂ ਦੇਣੀ ਹੈ ਯੂਨੀਵਰਸਿਟੀ ਨੂੰ। ਜੀ ਬਿਲਕੁਲ। ਤੇ ਆਪਾਂ ਆਸਟ੍ਰੇਲੀਆ ਦੇ ਤਕਰੀਬਨ ਕਈ ਪੁਆਇੰਟਸ ਦੇ ਉੱਪਰ ਡਿਸਕਸ਼ਨ ਕੀਤੀ ਹੈ ਜੋ ਖਾਸ ਤੌਰ ਤੇ ਸਟੂਡੈਂਟਸ ਦੇ ਮਨ ਵਿੱਚ ਸਵਾਲ ਰਹਿੰਦੇ ਨੇ, ਲੇਕਿਨ ਫੰਡਸ ਨੂੰ ਲੈ ਕੇ ਵੀ ਜ਼ਰੂਰ ਕਲੀਅਰ ਕਰ ਦਈਏ ਕਿ ਕਿਉਂਕਿ ਸਹੀ ਸੋਰਸ ਦਾ ਹੋਣਾ, ਕਿਉਂਕਿ ਕਈ ਵਾਰੀ ਫੰਡਸ ਇਸ ਤਰੀਕੇ ਨਾਲ ਸਟੂਡੈਂਟਸ ਜਾਂ ਪੇਰੈਂਟਸ ਸ਼ੋ ਕਰ ਦਿੰਦੇ ਨੇ, ਸਹੀ ਸੋਰਸ ਹੀ ਨਹੀਂ ਹੁੰਦਾ, ਬਾਅਦ ਵਿੱਚ ਮੌਕੇ ਤੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਹੁਣ ਅਸੀਂ ਕੀ ਕਰੀਏ। ਦੇਖੋ, ਉਹ ਬੜਾ ਸਿੰਪਲ ਜਿਹਾ ਫਾਰਮੂਲਾ ਦੇ ਦਿੰਦਾ, ਮੇਰੀ 50,000 ਰੁਪਏ ਤਨਖਾਹ ਹੈ ਤੇ ਹਰ ਮਹੀਨੇ 10,000 ਰੁਪਏ ਬਚਾਉਣਾ ਪਿਆ, ਸਡਨਲੀ ਮੇਰੇ ਖਾਤੇ 'ਚ 5 ਲੱਖ ਰੁਪਏ ਆ ਗਿਆ, ਉਹਦਾ ਕਾਰਨ ਤਾਂ ਹੋਊਗਾ। ਬਿਲਕੁਲ, ਉਹ ਕਾਰਨ ਜੇ ਤੁਸੀਂ ਯੂਨੀਵਰਸਿਟੀ ਨੂੰ ਕਨਵਿੰਸ ਕਰ ਸਕਦੇ ਹੋ। ਹੁਣ 5 ਲੱਖ ਇੱਕਦਮ ਆਣਾ, ਉਹ ਤੁਸੀਂ ਕੋਈ ਪ੍ਰਾਪਰਟੀ ਵੇਚੀ ਹੋਏਗੀ, ਤੁਹਾਡੀ ਕੋਈ ਪਾਲਿਸੀ ਮੈਚਿਓਰ ਹੋਏਗੀ, FDR ਮੈਚਿਓਰ ਹੋਈ, ਰਿਟਾਇਰਮੈਂਟ ਬੈਨੀਫਿਟ ਆਏ, ਕੁਛ ਤਾਂ ਹੋਇਆ ਹੋਏਗਾ ਨਾ, ਪਰ ਦੋਸਤ ਨਹੀਂ ਦੇ ਸਕਦਾ, ਕਿਉਂਕਿ ਗੋਰਿਆਂ ਦਾ ਨਾ ਇੱਕ ਲਾਈਨ ਹੈ ਜਿਹੜੀ ਮੈਂ ਆਮ ਤੌਰ ਤੇ ਸਾਡੀ ਟ੍ਰੇਨਿੰਗ 'ਚ ਯੂਜ਼ ਕਰਦੇ ਹਾਂ, family member can gift you the money, friends will lend you the money। ਬਿਲਕੁਲ, ਦੋਸਤ ਤੁਹਾਨੂੰ ਪੈਸਾ ਉਧਾਰ ਦੇਣਗੇ, ਜੇ ਉਧਾਰ ਹੋਇਆ ਪੈਸਾ ਦਿਖਾਓਗੇ ਤੁਸੀਂ ਤਾਂ ਯੂਨੀਵਰਸਿਟੀ ਲਈ ਤੁਸੀਂ ਆਟੋਮੈਟਿਕਲੀ ਨਾਨ JET ਬਣ ਜਾਂਦੇ ਹੋ। ਤੁਹਾਡੇ ਕੋਲ ਪੈਸਾ ਦੇਣ ਨੂੰ ਨਹੀਂ ਹੈਗਾ ਫੀਸਾਂ ਦਾ, ਉਧਾਰ ਲੈ ਕੇ ਜਾਣੇ ਪਏ ਹੋ ਤਾਂ ਕਿਵੇਂ ਹੋਏਗਾ। ਬਿਲਕੁਲ, ਸਭ ਤੋਂ ਪਹਿਲਾਂ ਫੰਡਿੰਗ, ਅਗੇਨ ਫੰਡਿੰਗ ਦੇ ਵਿੱਚ ਵੀ ਟੈਕਨੀਕੈਲਿਟੀ ਹੈ, ਤੁਸੀਂ ਕਿਹੜੀ ਯੂਨੀਵਰਸਿਟੀ ਜਾਣਾ ਹੈ, ਉਹ ਕਿਸ ਤਰੀਕੇ ਦੀ ਫੰਡਿੰਗ ਦੇਖਦੀ ਹੈ। ਹੁਣ ਕੁਝ ਯੂਨੀਵਰਸਿਟੀਆਂ GPF ਮੰਨ ਲੈਂਦੀਆਂ ਨੇ, ਕੁਝ ਨਹੀਂ ਮੰਨਦੀਆਂ, ਉਹ ਯੂਨੀਵਰਸਿਟੀ ਟੂ ਯੂਨੀਵਰਸਿਟੀ ਡਿਫਰ ਕਰਦਾ ਹੈ। ਅਗੇਨ ਗੱਲ ਉਹੀ ਜਾਂਦੀ ਹੈ, ਤੁਹਾਡਾ ਕੰਸਲਟੈਂਟ ਕਿੰਨਾ ਟੈਕਨੀਕਲ ਤੇ ਨੌਲੇਜੇਬਲ ਹੈਗਾ, ਕਿੰਨਾ ਨੌਲੇਜ ਔਰ ਸਾਊਂਡ ਹੈ ਰਿਗਾਰਡਿੰਗ GTs, ਉਹ ਡਿਪੈਂਡ ਕਰਦਾ ਤੁਹਾਡੀ GT ਐਂਡ ਐਡਮਿਸ਼ਨ ਕਿੰਨੀ ਤੇਜ਼ੀ ਨਾਲ ਨਿਕਲੇਗੀ। ਬਿਲਕੁਲ, ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝਿਆ ਕਰੋ, ਕਿਉਂਕਿ ਅਸੀਂ ਇਸ ਸ਼ੋਅ ਦੇ ਵਿੱਚ ਸਾਰੀ ਇਹ ਡਿਟੇਲ ਇਸ ਲਈ ਡਿਸਕਸ ਕਰਦੇ ਹਾਂ ਤਾਂ ਕਿ ਤੁਸੀਂ ਇੱਕ ਚੰਗੇ ਕੰਸਲਟੈਂਟ ਦੀ ਚੋਣ ਤਾਂ ਕਰੋ ਹੀ, ਪਰ ਤੁਸੀਂ ਖੁਦ ਵੀ ਅਵੇਅਰ ਹੋਵੋ, ਤੁਹਾਨੂੰ ਪਤਾ ਹੋਵੇ ਕਿ ਤੁਹਾਡੀ ਪ੍ਰੋਫਾਈਲ ਦੇ ਵਿੱਚ ਕਿਹੜੇ ਪਲੱਸ ਪੁਆਇੰਟ ਨੇ, ਕਿਹੜੇ ਮਾਈਨਸ ਪੁਆਇੰਟਸ ਨੇ, ਤੇ ਅਸੀਂ ਕਿੱਥੇ ਕੰਮ ਕਰਨਾ ਹੈ ਜਾਂ ਕਿੱਥੇ ਅਸੀਂ ਕੰਸਲਟੈਂਟ ਨੂੰ ਵੀ ਸਵਾਲ ਕਰਨਾ ਹੈ ਕਿ ਇਸ ਉੱਪਰ ਕਿਵੇਂ ਵਰਕਿੰਗ ਕੀਤੀ ਜਾ ਰਹੀ ਹੈ। ਸੋ ਟਾਈਮ ਟੂ ਟਾਈਮ ਆਪਣੀ ਪ੍ਰੋਫਾਈਲ ਦੇ ਉੱਪਰ ਵੀ ਨਜ਼ਰ ਰੱਖਿਆ ਕਰੋ, ਔਰ ਜਦੋਂ ਪ੍ਰੋਸੈਸ ਵਿੱਚ ਜਾਂਦੀ ਹੈ ਫਾਈਲ ਤਾਂ ਵੀ ਹਰ ਇੱਕ ਸਟੈਪ ਦੇ ਉੱਪਰ ਨਜ਼ਰ ਰੱਖਿਆ ਕਰੋ, ਕੰਸਲਟੈਂਟ ਨੂੰ ਸਵਾਲ ਕਰਿਆ ਕਰੋ, ਤੇ ਤੁਸੀਂ ਖੁਦ ਅਵੇਅਰ ਰਹੋਗੇ ਤਾਂ ਤੁਸੀਂ ਖੁਦ ਦੇਖ ਸਕਦੇ ਹੋ ਕਿ ਬਹੁਤ ਜਲਦੀ ਤੁਹਾਡਾ ਜੋ ਹੈ ਵਧੀਆ ਸਕਸੈਸ ਰੇਟ, ਤੁਹਾਡਾ ਜਲਦੀ ਵੀਜ਼ਾ ਸਹੀ ਤਰੀਕੇ ਨਾਲ ਆ ਸਕਦਾ ਹੈ, ਕਿਉਂਕਿ ਕਈ ਵਾਰੀ ਕੋਈ ਗਲਤੀ ਅਜਿਹੀ ਕੰਸਲਟੈਂਟ ਵੱਲੋਂ ਰਹਿ ਜਾਂਦੀ ਹੈ ਤਾਂ ਤੁਸੀਂ ਉਸ ਨੂੰ ਪਕੜ ਕੇ ਕਲੀਅਰ ਕਰ ਸਕਦੇ ਹੋ। ਸੋ ਚੰਗੇ ਕੰਸਲਟੈਂਟ ਦੀ ਚੋਣ ਕਰੋਗੇ ਤਾਂ ਇਹਨਾਂ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲਦੇ ਹੋਏ ਵਧੀਆ ਤਰੀਕੇ ਨਾਲ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰੋਗੇ। ਜਾਂਦੇ ਤੋਂ ਪਹਿਲਾਂ ਮੈਂ ਫਿਰ ਤੋਂ ਆਸਟ੍ਰੇਲੀਆ ਐਡਮਿਸ਼ਨ ਵੀਕ ਦੀ ਗੱਲ ਕਰਨਾ ਚਾਹਾਂਗੀ, ਜੋ ESS ਗਲੋਬਲ ਵੱਲੋਂ 23 ਅਪ੍ਰੈਲ ਤੋਂ 30 ਅਪ੍ਰੈਲ ਤੱਕ ਆਰਗੇਨਾਈਜ਼ ਕੀਤਾ ਗਿਆ ਹੈ। ਡਿਟੇਲਸ ਜੋ ਹੈ ਲਗਾਤਾਰ ਸਕਰੋਲ ਦੇ ਵਿੱਚ ਵੀ ਚੱਲ ਰਹੀਆਂ ਨੇ, ਤੁਹਾਨੂੰ ਜਿੱਥੇ ਨੇੜੇ ਲੱਗੇ, ਜਿਹੜੇ ਸ਼ਹਿਰ ਵਿੱਚ ਨੇੜੇ ਲੱਗੇ, ਉੱਥੇ ਤੁਸੀਂ ਜਾਓ ਆਪਣੇ ਡਾਕੂਮੈਂਟਸ ਲੈ ਕੇ, ਤਾਂ ਕਿ ਜਲਦੀ ਤੋਂ ਜਲਦੀ ਤੁਸੀਂ ਜੁਲਾਈ ਦੀ ਸੀਟ ਲਈ ਆਪਣੀ ਸੀਟ ਜੋ ਹੈ ਆਪਣੀ ਰਿਜ਼ਰਵ ਕਰ ਸਕੋ, ਬੁੱਕ ਕਰਵਾ ਸਕੋ। ਤੇ ਮੈਂ ਇੱਥੇ ਜਾਣਨਾ ਚਾਹੂੰਗੀ ਥੋੜਾ ਜਿਹਾ ਹੋਰ ਆਪਾਂ ਸਟੂਡੈਂਟਸ ਨੂੰ ਇਸ ਡਿਟੇਲ ਵਿੱਚ ਬਾਰੇ ਦੱਸ ਦਈਏ, ਐਡਮਿਸ਼ਨ ਵੀਕ ਬਾਰੇ ਕੀ ਫਾਇਦਾ ਉਹਨਾਂ ਨੂੰ ਮਿਲ ਸਕਦਾ ਹੈ। ਦੇਖੋ, ਇਟ ਵਿਲ ਬ੍ਰਿੰਗ ਅਗੇਨ
ਅਗੇਨ ਲਾਸਟ ਮੌਕਾ ਸਭ ਤੋਂ ਪਹਿਲਾਂ ਜੀ। ESS ਦੇ ਨਾਲ ਜੁਲਾਈ ਅਪਲਾਈ ਕਰਨਾ। ਸੈਕੰਡ ਐਕਸੈਸ ਟੂ ਆਲ 41 ਯੂਨੀਵਰਸਿਟੀਜ਼। ਤੁਹਾਡੇ ਬੈਠੇ ਜੇ ਕਾਗਜ਼ ਲੈ ਕੇ ਆਨੇ ਹੋ ਤੁਹਾਡੀ ਫਾਈਲ ਅਸੈਸਮੈਂਟ GT ਵਾਲੇ ਐਂਗਲ ਤੋਂ ਹੋ ਜਾਏਗੀ। ਠੀਕ ਹੈ। ਫਿਰ ਸੋਚੋ ਮੈਂ ਇਹ ਆਸਟ੍ਰੇਲੀਆ ਦੇ ਪ੍ਰੋਸੈਸ 'ਚ ਜਾਣਾ ਹੈ ਜਾਂ ਘੱਟ ਕਾਗਜ਼ UK 'ਚ ਲੱਗਦੇ ਆ ਉੱਥੇ ਅਪਲਾਈ ਕਰਨਾ ਹੈ। ਜੀ। ਐਟਲੀਸਟ ਤੁਸੀਂ ਅੱਜ ਇਹ ਐਪਲੀਕੇਸ਼ਨ ਵੀਕ ਦੇ ਵਿੱਚ ਡਿਸਾਈਡ ਕਰ ਲਓਗੇ ਕਿ ਆਸਟ੍ਰੇਲੀਆ ਤੁਹਾਡੇ ਵਾਸਤੇ ਰਾਈਟ ਕੰਟਰੀ ਹੈਗਾ ਔਰ UK ਔਰ ਕੈਨੇਡਾ ਇਜ਼ ਦਾ ਰਾਈਟ ਕੰਟਰੀ ਫॉर ਯੂ ਫॉर ਹਾਇਰ ਐਜੂਕੇਸ਼ਨ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕਿ ਤੁਸੀਂ ਸਾਡੇ ਸ਼ੋਅ ਵਿੱਚ ਅੱਜ ਆਸਟ੍ਰੇਲੀਆ ਬਾਰੇ ਡਿਟੇਲ ਵਿੱਚ ਗੱਲ ਕੀਤੀ ਹੈ। ਧੰਨਵਾਦ ਤੁਹਾਡਾ। ਥੈਂਕ ਯੂ ਜੀ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।